ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕਰਾਂਗੇ ਜੀਕੇ ਦੇ MCQ ਸੀਰੀਜ਼ ਦੇ ਆਪਾਂ ਬੈਚ ਸਟਾਰਟ ਕੀਤਾ ਹੋਇਆ ਦੂਜਾ ਭਾਗ ਅੱਜ। ਠੀਕ ਹੈ, ਤਾਂ ਇਹ ਜਿਹੜਾ ਆਪਾਂ ਸੀਰੀਜ਼ ਸਟਾਰਟ ਕੀਤੀ ਹੈ ਇਹ ਪੰਜਾਬ ਦੇ ਹਰ ਇੱਕ ਪੇਪਰ ਜਿਵੇਂ ਕਿ ਵਕਫ ਬੋਰਡ, ਮਾਸਟਰ ਕੇਡਰ ਦਾ ਐਗਜ਼ਾਮ ਜਿਨ੍ਹਾਂ ਨੇ ਦੇਣਾ ਹੈ, ਠੀਕ ਹੈ, ਵਾਰਡ ਅਟੈਂਡੈਂਟ ਦੀਆਂ ਪੋਸਟਾਂ ਆਉਣਗੀਆਂ ਆ ਚੁੱਕੀਆਂ ਅਤੇ ਪਟਵਾਰੀ ਦਾ ਜਿਹੜਾ ਨੋਟੀਫਿਕੇਸ਼ਨ ਉਹ ਵੀ ਜਾਰੀ ਹੋ ਚੁੱਕਿਆ ਜੀ। ਠੀਕ ਹੈ, ਅਤੇ ਹੋਰ ਪੰਜਾਬ ਦੇ ਰਿਲੇਟਡ ਸਾਰੀਆਂ ਜਿੰਨੀਆਂ ਕੁ ਵੀ ਤੁਸੀਂ ਐਗਜ਼ਾਮ ਫਿਲ ਕੀਤੇ ਨੇ ਉਹਦੇ ਵਾਸਤੇ ਬੈਸਟ ਹੈ ਜੀ ਇਹ ਸੀਰੀਜ਼। ਠੀਕ ਹੈ, ਤੁਸੀਂ ਧਿਆਨ ਨਾਲ ਕੀ ਕਰਨਾ, ਇਸ ਵੀਡੀਓ ਨੂੰ ਕੀ ਕਰਨਾ, ਵਾਚ ਕਰਨਾ ਹੈ। ਤੁਸੀਂ ਬਹੁਤ ਸਾਰੇ ਬੱਚਿਆਂ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਯਾਦ ਤਾਂ ਕਰ ਲੈਂਦੇ ਨੇ ਪਰ ਉਹ ਥੋੜ੍ਹੇ ਜਿਹੇ ਟਾਈਮ ਬਾਅਦ ਕੀ ਹੈ ਜੀ ਉਹ ਈਅਰ ਭੁੱਲ ਜਾਂਦੇ ਨੇ ਜਾਂ ਕੋਈ ਨਾਮ ਵਗੈਰਾ ਭੁੱਲ ਜਾਂਦੇ ਨੇ ਜੀਕੇ ਦੇ ਵਿੱਚ, ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਤਾਂ ਪ੍ਰੋਬਲਮ ਆਉਣ ਦਾ ਬੇਸਿਕਲੀ ਕਾਰਨ ਕੀ ਹੈ, ਉਹ ਹੈਗਾ ਜੀ ਰਿਵੀਜ਼ਨ। ਜਿੰਨਾ ਚਿਰ ਤੁਸੀਂ ਕਿਸੇ ਚੀਜ਼ ਦੀ ਰਿਵੀਜ਼ਨ ਨਹੀਂ ਕਰਦੇ, ਠੀਕ ਹੈ, ਤਾਂ ਉਹ ਤੁਹਾਡੇ ਕੀ ਹੈ ਜੀ ਥੋੜ੍ਹੇ ਟਾਈਮ ਬਾਅਦ ਕੀ ਹੋ ਜੂਗਾ, ਉਹ ਦਿਮਾਗ 'ਚੋਂ ਭੁੱਲ ਜੂਗਾ। ਠੀਕ ਹੈ, ਮੈਂ ਇਹ ਸੀਰੀਜ਼ ਇਸ ਲਈ ਸਟਾਰਟ ਕਰ ਰਿਹਾ ਕਿਉਂਕਿ ਮੈਂ ਇਹਦੇ ਵਿੱਚ ਕੁਐਸਚਨ ਤਾਂ ਦੱਸਦਾ ਹੀ ਦੱਸਦਾ, ਤਾਂ ਉਸ ਤੋਂ ਇਲਾਵਾ ਮੈਂ ਹੋਰ ਵੀ ਇਨਫੋਰਮੇਸ਼ਨ ਹੈ ਜਿਹੜੀ ਉਹ ਦਿੰਦਾ ਹੈ ਜਿਹਦੇ ਨਾਲ ਤੁਸੀਂ ਕੀ ਇਹ ਰਿਵੀਜ਼ਨ ਦੁਬਾਰਾ ਤੁਹਾਡੇ ਕੰਨਾਂ ਦੇ ਵਿੱਚ ਉਹੀ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲਣ, ਤਾਂ ਤੁਹਾਡੀ ਰਿਵੀਜ਼ਨ ਉਹ ਇੱਥੇ ਵੀਡੀਓ ਦੇ ਵਿੱਚ ਹੀ ਹੋ ਸਕੇ। ਠੀਕ ਹੈ, ਤੁਸੀਂ ਰੱਟਣਾ ਨਹੀਂ ਹੈਗਾ, ਰਿਵੀਜ਼ਨ ਕਰਨੀ ਹੈ, ਬਸ ਲੈਕਚਰ ਨੂੰ ਸੁਣਨਾ ਹੈ ਧਿਆਨ ਨਾਲ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਮੈਂ ਇਸ ਦੇ ਵਿੱਚ ਦੱਸਦਾ ਹੁੰਦਾ, ਤਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਅਤੇ ਲਾਈਕ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ। ਠੀਕ ਹੈ, ਜੇਕਰ ਤੁਹਾਨੂੰ ਵੀਡੀਓ ਨਹੀਂ ਵਧੀਆ ਲੱਗਦੀ ਤਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਡਿਸਲਾਈਕ ਕਰ ਸਕਦੇ ਹੋ, ਨੋ ਮੈਟਰ। ਠੀਕ ਹੈ ਜੀ, ਅਤੇ ਜੇ ਚੰਗੀ ਲੱਗਦੀ ਹੈ ਤਾਂ ਤੁਸੀਂ ਐਪਰੀਸ਼ੀਏਟ ਜ਼ਰੂਰ ਕਰਨਾ ਹੈ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਣੀ ਹੈ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਤਰਫ। ਕਹਿੰਦਾ ਵਿਚ ਆਰਟੀਕਲ ਟਰਮਡ ਬਾਏ BR ਅੰਬੇਦਕਰ ਐਜ਼ ਦਾ ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ। ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ। ਹਾਰਟ ਐਂਡ ਸੋਲ ਸੰਵਿਧਾਨ ਦਾ ਕਿਹੜੇ ਆਰਟੀਕਲ ਨੂੰ ਕਿਹਾ ਸੀ BR ਅੰਬੇਦਕਰ ਨੇ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਆਰਟੀਕਲ 32। ਠੀਕ ਹੈ ਜੀ, ਆਰਟੀਕਲ 32। ਸਾਡੇ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸਦਾ BR ਅੰਬੇਦਕਰ ਬਾਰੇ। ਇਹਨਾਂ ਦਾ ਇੱਕ ਅਖਬਾਰ ਹੈ ਜੀ, ਠੀਕ ਹੈ, ਵਰਕ ਹੈ, ਜਿਹਨੂੰ ਕਹਿੰਦੇ ਜੀ ਮੂਕ ਨਾਇਕ। ਮੂਕ ਨਾਇਕ ਪੇਪਰ 'ਚ ਪੁੱਛ ਲੈਣਗੇ ਕਿਹਦੇ ਨਾਲ ਐਸੋਸੀਏਟਡ ਹੈ, ਸੰਬੰਧਿਤ ਹੈ, BR ਅੰਬੇਦਕਰ ਜੀ ਦੇ ਦੁਆਰਾ ਕੀ ਹੈ ਜੀ ਇਹ ਲਿਖਿਆ ਗਿਆ। ਠੀਕ ਹੈ, ਅਖਬਾਰ ਹੋਊਗਾ ਮੇ ਬੀ। ਠੀਕ ਹੈ ਜੀ, BR ਅੰਬੇਦਕਰ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਮਾਡਰਨ ਮਨੂ। ਪੇਪਰ 'ਚ ਪੁੱਛ ਲੈਣਗੇ ਮਾਡਰਨ ਮਨੂ ਕਿਹਨੂੰ ਕਿਹਾ ਜਾਂਦਾ ਜੀ? BR ਅੰਬੇਦਕਰ ਨੂੰ ਕਿਹਾ ਜਾਂਦਾ ਹੈ। ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀਗੇ? BR ਅੰਬੇਦਕਰ ਸੀਗੇ। ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਹੁਣ ਜੇ ਮੈਂ ਆਰਟੀਕਲ 32 ਦੀ ਗੱਲ ਕਰਾਂ ਤਾਂ ਆਰਟੀਕਲ 32 ਹੈ ਜਿਹੜਾ ਸਾਡਾ, ਇਹ ਕਿਹੜੇ ਰਾਈਟਸ ਦੇ ਵਿੱਚ ਆਉਂਦਾ ਜੀ? ਇਹ ਆਉਂਦਾ ਜੀ ਫੰਡਾਮੈਂਟਲ ਰਾਈਟਸ ਦੇ ਵਿੱਚ। ਠੀਕ ਹੈ, ਜੇ ਤੁਹਾਡੇ ਫੰਡਾਮੈਂਟਲ ਰਾਈਟ ਨੇ ਜਿਹੜੇ ਉਹ ਵਾਇਲਟ ਹੋ ਜਾਂਦੇ ਨੇ, ਠੀਕ ਹੈ, ਉਹਨਾਂ ਦੀ ਉਲੰਘਣਾ ਹੋ ਜਾਂਦੀ ਹੈ, ਤਾਂ ਤੁਸੀਂ ਕੀ ਹੈ ਜੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ। ਸੁਪਰੀਮ ਕੋਰਟ ਦੇ ਵਿੱਚ ਕਿਵੇਂ ਜਾ ਸਕਦੇ ਹੋ? ਆਰਟੀਕਲ 32 ਦੇ ਤਹਿਤ। ਠੀਕ ਹੈ, ਸੁਪਰੀਮ ਕੋਰਟ 'ਚ ਜਾ ਸਕਦੇ ਹੋ। ਆਰਟੀਕਲ 226 ਦੇ ਤਹਿਤ ਜੀ ਤੁਸੀਂ ਕੀ ਹੈ ਜੀ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ। ਇਹ ਕੁਐਸਚਨ ਧਿਆਨ ਨਾਲ ਤੁਸੀਂ ਕੀ ਹੈ ਜੀ ਯਾਦ ਰੱਖਣਾ ਹੈ। ਜੇਕਰ ਸੁਪਰੀਮ ਕੋਰਟ ਦੇ ਵਿੱਚ ਜਾਣ ਲਈ ਆਰਟੀਕਲ 32 ਹੈ ਜੀ, ਅਤੇ ਜਿਹੜਾ ਹਾਈ ਕੋਰਟ ਲਈ ਆਰਟੀਕਲ ਹੈ ਜੀ ਉਹ ਹੈਗਾ ਜੀ ਆਰਟੀਕਲ 226 ਦੇ ਰਾਹੀਂ ਤੁਸੀਂ ਜਾ ਸਕਦੇ ਹੋ। ਫੰਡਾਮੈਂਟਲ ਰਾਈਟ ਨੇ ਜਿਹੜੇ ਆਪਾਂ ਇਹ ਕੀ ਤੋਂ ਲਏ ਨੇ ਜੀ? USA ਤੋਂ ਲਏ ਨੇ। ਠੀਕ ਹੈ, ਸਾਡੇ ਫੰਡਾਮੈਂਟਲ ਰਾਈਟ ਨੇ ਜਿਹੜੇ ਭਾਗ 3 ਕੌਨਸਟੀਟਿਊਸ਼ਨ ਦੇ ਪਾਰਟ 3 ਦੇ ਵਿੱਚ ਆਉਂਦੇ ਨੇ। ਇਹਦੇ ਵਿੱਚ ਆਰਟੀਕਲ ਨੇ ਜਿਹੜੇ ਉਹ ਹੈਗੇ ਜੀ ਆਰਟੀਕਲ 12 ਤੋਂ 35 ਦੇ ਵਿਚਕਾਰ ਹੈ। ਠੀਕ ਹੈ ਜੀ, ਸਾਡੇ ਹੁਣ ਐਟ ਪ੍ਰੈਜ਼ੈਂਟ ਕਿੰਨੇ ਫੰਡਾਮੈਂਟਲ ਰਾਈਟ ਨੇ? ਠੀਕ ਹੈ, ਮੌਲਿਕ ਅਧਿਕਾਰ ਨੇ 6 ਨੇ। ਪਹਿਲਾਂ ਕਿੰਨੇ ਹੁੰਦੇ ਸੀ ਜੀ? 7 ਹੁੰਦੇ ਸੀ। ਠੀਕ ਹੈ, ਤਾਂ 7ਵਾਂ ਸੀਗਾ ਜਿਹੜਾ ਉਹ ਕੀ ਸੀਗਾ? ਰਾਈਟ ਟੂ ਪ੍ਰੋਪਰਟੀ। ਉਹ ਕੀ ਕਰਤਾ ਜੀ ਫੰਡਾਮੈਂਟਲ ਰਾਈਟ ਦੇ ਵਿੱਚੋਂ ਡਿਲੀਟ ਕਰਤਾ। ਰਾਈਟ ਟੂ ਪ੍ਰੋਪਰਟੀ ਪੁੱਛ ਲੈਂਦੇ ਆ ਪੇਪਰ 'ਚ। ਰਾਈਟ ਟੂ ਪ੍ਰੋਪਰਟੀ ਫੰਡਾਮੈਂਟਲ ਰਾਈਟ ਦੇ ਵਿੱਚੋਂ ਚੇਂਜ ਕਰਕੇ ਕੀ ਬਣਾਤਾ ਜੀ? ਲੀਗਲ ਰਾਈਟ ਬਣਾਤਾ ਜੀ। ਸੁਪਰ ਇੰਪੋਰਟੈਂਟ ਗੱਲ ਹੈ ਜੀ ਇਹ, ਲੀਗਲ ਰਾਈਟ ਬਣਾਤਾ। ਕਿਹੜੇ ਆਰਟੀਕਲ ਦੇ ਤਹਿਤ? ਇਹ ਵੀ ਪੁੱਛ ਲੈਂਦੇ ਨੇ, ਆਰਟੀਕਲ 300A ਦੇ ਤਹਿਤ। ਠੀਕ ਹੈ ਜੀ, ਤਾਂ ਇੰਨੀ ਕੁ ਇਨਫੋਰਮੇਸ਼ਨ ਕਾਫੀ ਹੈ। ਅੰਡਰ ਆਰਟੀਕਲ ਵਿੱਚ ਦਾ ਕੌਨਸਟੀਟਿਊਸ਼ਨ ਡਿਕਲੇਅਰਸ ਦਿੱਲੀ ਐਜ਼ ਦਾ ਸੀਟ ਆਫ ਸੁਪਰੀਮ ਕੋਰਟ। ਕਿਹੜੇ ਆਰਟੀਕਲ ਦੇ ਵਿੱਚ ਦੱਸਿਆ ਹੋਇਆ ਕਿ ਜਿਹੜਾ ਦਿੱਲੀ ਹੋਊਗਾ ਉਹ ਸੁਪਰੀਮ ਕੋਰਟ ਦੀ ਜਿਹੜੀ ਜਗ੍ਹਾ ਹੋਊਗੀ ਜਿੱਥੇ ਸੁਪਰੀਮ ਕੋਰਟ ਲੱਗਦੀ ਹੈ? ਠੀਕ ਹੈ,
ਤਾਂ ਇਹਦਾ ਜਿਹੜਾ ਪਹਿਲੀ ਗੱਲ ਤਾਂ ਸਹੀ ਆਨਸਰ ਹੈ ਉਹ ਹੈਗਾ ਜੀ ਆਰਟੀਕਲ 130। ਠੀਕ ਹੈ, ਆਰਟੀਕਲ 130 ਸੀਟ ਆਫ ਸੁਪਰੀਮ ਕੋਰਟ ਇਨ ਨਿਊ ਦਿੱਲੀ ਭਗਵਾਨ ਦਾਸ ਰੋਡ। ਠੀਕ ਹੈ ਜੀ, ਭਗਵਾਨ ਦਾਸ ਰੋਡ याद रखियो। ठीक है, आर्टिकल जे मैं 129 की गल करा तो ये की दस्या है जी कोर्ट ऑन रिकॉर्ड्स पुछदा पेपर के ये। ठीक है, आर्टिकल 129 किनू दसदा है कोर्ट ऑन रिकॉर्ड्स नू। आर्टिकल 131 सुपर इंपॉर्टेंट गल है जी ओरिजिनल जुरिडिक्शनस, ओरिजिनल जुरिडिक्शन आर्टिकल 131 ते तुहाडा 132 नंबर आर्टिकल किहदे बारे दसदा जी एपीलेट, एपीलेट जुरिडिक्शन के बारे। ठीक है जी, याद रखना है। तो ओरिजिनल जुरिडिक्शन दे विच बेसिकली साडियां तीन गल्लां आउंदियां ने। एक तो तुसीं की है जी इहदे विच तुहाडे जे फंडामेंटल राइट्स आ जिहड़े वो वायलेट हो जाण। ठीक है, वो मैटर सॉल्व होंदे ने इहदे च। दो स्टेटां दे विचकार जी, ठीक है, या सेंटर ते स्टेट का कोई भी मसला है वो ओरिजिनल जुरिडिक्शन के अंडर सॉल्व होंदा है। ते एक इलैक्शन डिस्प्यूट, इलैक्शन डिस्प्यूट, ठीक है, तो वह भी की है जी ओरिजिनल जुरिडिक्शन के अंडर आता है। ठीक है, पेपर च एक चौथा कोई गलत पा के तुहानूं कह दूगा इन्हां विच्चों किहड़ा जिहड़ा ओरिजिनल जुरिडिक्शन के अंडर नहीं आता, तो तीन सही पाए होणगे, चौथा कोई गलत पा दूगा, तुसीं उस हिसाब नाल उसनूं हैंडल करना है क्वेश्चन नूं। ठीक है जी, सुप्रीम कोर्ट का जिहड़ा आर्टिकल है, ठीक है, आर्टिकल 124 भी मतलब सुप्रीम कोर्ट साडी होगी। ठीक है, याद रखियो। सुप्रीम कोर्ट दे विच की हुंदा जी साडा एट प्रेजेंट चीफ जस्टिस कौन है जी अरविंद बोबड़े, अरविंद बोबड़े है, याद रखियो। ठीक है जी, एट प्रेजेंट जिहड़ा चीफ जस्टिस ऑफ इंडिया जी अरविंद बोबड़े है। पहला पुछ लैण फर्स्ट चीफ जस्टिस ऑफ इंडिया, ये PSPCL के पेपर में पूछा सीगा जी HJ कानिया, HJ कानिया। ठीक है, याद रखना है। चलते हैं नैक्सट क्वेश्चन की तरफ। नूरजहां's एक्चुअल नेम वाज, नूरजहां का एक्चुअल नेम की सी? तां बहुत इंपॉर्टेंट क्वेश्चन है जी। तो वह सीगा जी मेहर उन निशा, ए ऑप्शन सही आंसर है जी, मेहर उन निशा। ठीक है, आरजूमंद बानो बेगम, ये किहदा ओरिजिनल नेम सी? ये भी पूछ लेंदे पेपर दे विच। ये सीगा जी मुमताज़ महल दा। ठीक है जी, मुमताज़ महल किहदी वाइफ सी जी? शाहजहां दी। ਉਹਦੇ ਲਈ ਕੀ ਕੀਤਾ ਸੀ ਸ਼ਾਹजहां ने? ताज महल बनाया सी। मेहर उन निशा पहला विडो सी जी, विडो सी किहदी? शेर अफगानी दी। ठीक है, ये भी गल तुसीं याद रखनी है। तो महामांगा, महामांगा जी पेटीकोट गवर्नमेंट चलाई सी जी, पेटीकोट पुछदा पेपर च, पेटीकोट गवर्नमेंट चलाई सी। उहदी जिहड़ी हैड सीगी महामांगा सी जिहड़ी चलाई सी जी 1560 तो 1562 दे विच। ठीक है, 1560 तो 1562 दे विच चलाई सी महामांगा ने अकबर के टाइम पीरियड के दौरान। ठीक है, ठीक है, तो अकबर ये की है जी बिजी रहा उस समय। तो उदों बाद की सीगा जी 1560 तो 62 इनू एंड करता सी अकबर ने। ठीक है जी, तो याद रखियो। होर आपां इस दे बारे की गल कर सकते हैं? बस इन्ना ही काफ़ी है। लीलावती फेमस वर्क ऑफ, बहुत इंपॉर्टेंट है। पहली गल तो लीलावती की है जी बुक कादे लिए जी ये ऑन मैथेमैटिक्स, मैथेमैटिक्स की की है जी ये बुक है जी, याद रखियो। जेडे ये किहदा वर्क सीगा पुछ लेंदे पेपर च। ए ऑप्शन इहदा की है जी सही आंसर है फैजी, फैजी। ठीक है जी, अकबर दे की सीगे जी 9 नवरतन सीगे जी। ठीक है, ये याद रखियो। जिन्हां चों फैजी एक सी, अबुल फैजल सी, मुल्ला दो प्याजा सी ते राजा टोडरमल सी। ठीक है, याद रखियो। फैजी ते अबुल फैजल दोनों ब्रदर सीगे। अबुल फैजल का एक काम याद रखना है जी की है जी ही रोट अकबरनामा, अकबरनामा। ठीक है, पेपर च पुछ लेंदे किहने लिखिया? अबुल फैजल ने। ठीक है, मुल्ला दो प्याजा भी की सीगा जी अकबर के समय एक विद्वान सीगा, नवरतन दे विचों एक सीगा। ठीक है, राजा टोडरमल काहदे लई फेमस है जी? टोडरमल बंदोबस्त दे लई, टोडरमल बंदोबस्त दे लई। ठीक है जी,
ਇੱਕ ਰਾਜਾ ਮਾਨ ਸਿੰਘ ਹੁੰਦਾ ਸੀ, ਸੁਪਰ ਇੰਪੋਰਟੈਂਟ। ਕੀ ਹੁੰਦਾ ਸੀ ਜੀ? ਰਾਜਾ ਮਾਨ ਸਿੰਘ 9 ਨਵਰਤਨ ਦੇ ਵਿੱਚੋਂ ਇੱਕ ਸੀਗਾ ਅਕਬਰ ਦੇ। ਠੀਕ ਹੈ, ਪੁੱਛ ਲੈਂਦੇ ਪੇਪਰ 'ਚ ਉਹ ਕਿਵੇਂ ਸੀਗਾ ਰਿਲੇਸ਼ਨ ਉਹਦਾ ਅਕਬਰ ਦੇ ਨਾਲ। ਦੇਖੋ ਜੀ, ਰਾਜਾ ਭਾਰਮਲ ਸੀ ਜਿਹੜਾ, ਉਹ ਕੀ ਸੀ? ਅਕਬਰ ਦਾ ਫਾਦਰ ਇਨ ਲਾ ਸੀਗਾ, ਸਹੁਰਾ ਸੀਗਾ। ਠੀਕ ਹੈ, ਇਹ ਯਾਦ ਰੱਖਣੀ ਹੈ ਗੱਲ। ਤੇ ਉਹ ਮਤਲਬ ਜਿਹੜਾ ਰਾਜਾ ਮਾਨ ਸਿੰਘ ਸੀਗਾ, ਇਹ ਗ੍ਰੈਂਡਸਨ ਸੀਗਾ ਰਾਜਾ ਭਾਰਮਲ ਦਾ। ਠੀਕ ਹੈ, ਤੇ ਭਗਵਾਨ ਦਾਸ ਸੀ ਜਿਹੜਾ, ਉਹਦਾ ਇਹ ਪੁੱਤਰ ਸੀ, ਅਡੋਪਟਡ ਸਨ ਸੀਗਾ। ਠੀਕ ਹੈ, ਇਹ ਵੀ ਯਾਦ ਰੱਖਣੀ ਹੈ ਗੱਲ, ਅਡੋਪਟਡ ਸਨ। ਠੀਕ ਹੈ, ਕਿਵੇਂ ਗੱਲ ਮੈਂ ਬਣੀ, ਮੈਂ ਦੁਬਾਰੇ ਦੱਸਦਾ। ਰਾਜਾ ਮਾਨ ਸਿੰਘ ਵਾਜ਼ ਗ੍ਰੈਂਡ ਸਨ ਆਫ ਰਾਜਾ ਭਾਰਮਲ ਐਂਡ ਅਡੋਪਟਡ ਸਨ ਆਫ ਭਗਵਾਨ ਦਾਸ। ਠੀਕ ਹੈ ਜੀ, ਯਾਦ ਰੱਖਣਾ। ਰਾਜਾ ਮਾਨ ਸਿੰਘ ਨੇ ਕੀ ਸੀਗਾ ਜੀ? ਹਲਦੀ ਘਾਟੀ ਦੀ ਲੜਾਈ ਦੇ ਵਿੱਚ ਕੀ ਹੈ ਜੀ? ਮੁਗਲ ਫੋਰਸਾਂ ਨੂੰ ਜੀ ਹੈ ਲੈਡ ਕੀਤਾ ਸੀ, ਅੱਗੇ ਵੱਧ ਕੇ ਉਹਨਾਂ ਦੇ ਨਾਲ ਲੜਿਆ ਸੀ। ਤਾਂ ਇੰਨੀ ਕੁ ਗੱਲ ਤੁਸੀਂ ਕੀ ਹੈ ਜੀ ਯਾਦ ਰੱਖਣੀ ਹੈ। ਹੂ ਰਿਵਾਈਵਡ ਨਾਲੰਦਾ ਯੂਨੀਵਰਸਿਟੀ ਐਂਡ ਫਾਊਂਡਡ ਵਿਕਰਮਸ਼ਿਲਾ ਯੂਨੀਵਰਸਿਟੀ। ਸੁਪਰ ਇੰਪੋਰਟੈਂਟ ਹੈ। ਪਹਿਲੀ ਗੱਲ ਤਾਂ ਕੀ ਹੈ ਜੀ, ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਧਰਮਪਾਲ। ਇਹ ਆਪਸ਼ਨ ਸਹੀ ਆਨਸਰ ਹੈ ਜੀ। ਨਾਲੰਦਾ ਯੂਨੀਵਰਸਿਟੀ ਬਾਰੇ ਮੈਂ ਜੇ ਗੱਲ ਕਰਾਂ ਤਾਂ ਬਣਾਈ ਕਿਹਨੇ ਸੀ? ਇਹ ਬਣਾਈ ਸੀ ਜੀ ਕੁਮਾਰਗੁਪਤ ਫਰਸਟ ਨੇ। ਠੀਕ ਹੈ, ਇੰਨੀ ਗੱਲ ਯਾਦ ਰੱਖਣੀ ਹੈ। ਨਾਲੰਦਾ ਯੂਨੀਵਰਸਿਟੀ ਹੈ ਕਿੱਥੇ? ਇਹ ਹੈਗੀ ਹੈ ਜੀ ਬਿਹਾਰ ਦੇ ਵਿੱਚ। ਠੀਕ ਹੈ, ਇਹ ਵੀ ਗੱਲ ਯਾਦ ਰੱਖਿਓ। ਹੁਣ ਇੱਥੇ ਗੱਲ ਕੀ ਬਣੀ, ਕੁਐਸਚਨ ਕਿਵੇਂ ਬਣਾਇਆ ਉਹਨੇ? ਨਾਲੰਦਾ ਯੂਨੀਵਰਸਿਟੀ ਸੀ ਜਿਹੜੀ, ਉਹ ਕੀ ਕਰਤਾ ਸੀ? ਉਹਦੇ ਅਟੈਕ ਹੋ ਗਿਆ ਸੀ। ਕਿਹਨੇ ਕੀਤਾ ਸੀਗਾ ਜੀ? ਬਖਤਿਆਰ ਖਿਲਜੀ ਦੇ ਦੁਆਰਾ। ਠੀਕ ਹੈ, ਬਖਤਿਆਰ ਖਿਲਜੀ ਦੇ ਦੁਆਰਾ। ਤੇ ਉਹਨੂੰ ਕੀ ਕੀਤਾ ਫਿਰ? ਇਹਨੇ ਰਿਵਾਈਵ ਕਰਾਇਆ। ਠੀਕ ਹੈ, ਰਿਵਾਈਵ ਕਰਾਇਆ ਕਿਹਨੇ? ਧਰਮਪਾਲੇ ਨੇ। ਠੀਕ ਹੈ ਜੀ, ਤੇ ਇੱਕ ਨਾਲ ਯੂਨੀਵਰਸਿਟੀ ਹੋਰ ਬਣਾਈ ਵਿਕਰਮਸ਼ਿਲਾ। ਠੀਕ ਹੈ, ਤਾਂ ਇਸ ਤਰ੍ਹਾਂ ਕੀ ਹੈ ਜੀ ਇਹ ਕੁਐਸਚਨ ਹੈ ਜਿਹੜਾ ਉਹ ਬਣਿਆ ਹੋਇਆ। ਠੀਕ ਹੈ, ਰਿਵਾਈਵ ਕਿਹਨੇ ਕਰਵਾਇਆ ਤੇ ਇੱਕ ਨਵੀਂ ਯੂਨੀਵਰਸਿਟੀ ਬਣਾਈ ਵਿਕਰਮਸ਼ਿਲਾ ਯੂਨੀਵਰਸਿਟੀ, ਕਿਹਨੇ? ਧਰਮਪਾਲ ਨੇ। ਠੀਕ ਹੈ, ਯਾਦ ਰੱਖਿਓ। ਬਖਤਿਆਰ ਖਿਲਜੀ ਨੇ ਇਹਦੇ ਤੇ ਅਟੈਕ ਕੀਤਾ ਸੀ, ਜੋ ਕਿ ਮੁਹੰਮਦ ਗੌਰੀ ਦਾ ਕਮਾਂਡਰ ਇਨ ਚੀਫ ਸੀਗਾ। ਠੀਕ ਹੈ, ਤਾਂ ਉਹਨੇ ਡਿਸਟਰੋਏ ਕਰਤੀ ਸੀਗੀ। 6ਵੇਂ ਕੁਐਸਚਨ ਤੇ ਚੱਲਦੇ ਹਾਂ। ਕੁਮਾਰਗੁਪਤ ਬਾਰੇ ਜੇ ਤੁਸੀਂ ਪੜ੍ਹਨਾ ਤਾਂ ਕੀ ਹੈ ਜੀ, ਇਹ ਪਹਿਲੀ ਗੱਲ ਤਾਂ ਨਾਲੰਦਾ ਯੂਨੀਵਰਸਿਟੀ ਬਣਾਈ। ਠੀਕ ਹੈ, ਤੇ ਹਿਊਨਜ਼ ਸੀਗੇ ਜੀ। ਠੀਕ ਹੈ, ਇਹਨਾਂ ਦਾ ਅਟੈਕ ਸਾਰਿਆਂ ਨਾਲੋਂ ਪਹਿਲੀ ਵਾਰ ਕਿਹੜੇ ਰਾਜੇ ਦੇ ਸਮੇਂ ਹੋਇਆ? ਗੁਪਤ ਵੰਸ਼ ਵੇਲੇ ਹੋਇਆ ਸੀ, ਪਰ ਗੁਪਤ ਵੰਸ਼ ਦਾ ਰਾਜਾ ਪੇਪਰ 'ਚ ਪੁੱਛ ਲੈਂਦੇ ਆ, ਕੌਣ ਸੀਗਾ? ਕੁਮਾਰਗੁਪਤ ਪਹਿਲਾ ਸੀਗਾ ਜੀ। ਠੀਕ ਹੈ, ਉਹਦੇ ਵੇਲੇ ਜੀ ਹਿਊਨਜ਼ ਦਾ ਜੀ ਜਿਹੜਾ ਅਟੈਕ ਸੀਗਾ ਉਹ ਹੋਇਆ ਸੀਗਾ। ਤੇ ਉਦੋਂ ਬਾਅਦ ਲਗਾਤਾਰ ਅਟੈਕਸ ਇਹਨਾਂ ਨੇ ਕਰਨ ਕਰਕੇ ਗੁਪਤਾ ਵੰਸ਼ ਸੀਗਾ ਜਿਹੜਾ ਉਹਨੂੰ ਕਮਜ਼ੋਰ ਕਰ ਦਿੱਤਾ ਸੀ। ਠੀਕ ਹੈ ਜੀ, ਯਾਦ ਰੱਖਿਓ। ਵਿਚ ਕਿੰਗ ਇਸ਼ੂਡ ਸਿਲਵਰ ਕੁਆਇਨਸ। ਕਿਹੜਾ ਜਿਹੜਾ ਰਾਜਾ ਸੀ ਉਹਨੇ ਸਿਲਵਰ ਕੁਆਇਨ ਹੈ ਜਿਹੜੇ ਉਹ ਇਸ਼ੂ ਕੀਤੇ? ਸੁਪਰ ਇੰਪੋਰਟੈਂਟ ਕੁਐਸਚਨ ਹੈ। ਤੇ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਚੰਦਰਗੁਪਤ 2। ਠੀਕ ਹੈ, ਚੰਦਰਗੁਪਤ 2 ਨੇ ਸਿਲਵਰ ਕੁਆਇਨਸ ਆ ਜਿਹੜੇ ਉਹ ਇਸ਼ੂ ਕੀਤੇ ਸੀ। ਸਿਲਵਰ ਕੁਆਇਨਸ ਦਾ ਜਿਹੜਾ ਨਾਂ ਸੀਗਾ ਉਹ ਕੀ ਸੀ ਜੀ? ਰੁਪਾਇਕਾ ਕਹਿੰਦੇ ਸੀ ਜੀ। ਠੀਕ ਹੈ, ਰੁਪਾਇਕੇ ਨੂੰ ਕਨਫਿਊਜ਼ ਨਹੀਂ ਕਰਨਾ ਰੁਪਏ ਨਾਲ। ਰੁਪਇਆ ਸੀਗਾ ਜਿਹੜਾ ਉਹ ਕਿਹਨੇ ਇਸ਼ੂ ਕੀਤਾ ਸੀ ਜੀ? ਚਲਾਇਆ ਸੀ ਸ਼ੇਰਸ਼ਾਹ ਸੂਰੀ ਨੇ। ਠੀਕ ਹੈ, ਸ਼ੇਰਸ਼ਾਹ ਸੂਰੀ ਨੇ, ਅਫਗਾਨੀ ਉਹ ਇੱਕ ਰਾਜਾ ਸੀਗਾ। ਠੀਕ ਹੈ ਜੀ, ਤਾਂ ਚੰਦਰਗੁਪਤ 2 ਦੇ ਬਾਰੇ ਆਪਾਂ ਜੇ ਗੱਲ ਕਰੀਏ, ਰੁਪਾਇਕਾ ਸਿਲਵਰ ਕੁਆਇਨਸ ਇੰਟਰੋਡਿਊਸ ਕੀਤੇ। ਠੀਕ ਹੈ, ਫਾਹੀਨ ਇੱਕ ਚਾਈਨੀਜ਼ ਸੀਗਾ ਜੀ, ਉਹ ਇਸ ਦੇ ਸਮੇਂ ਵਿੱਚ ਆਇਆ, ਪੁੱਛ ਲੈਂਦੇ ਆ ਪੇਪਰ 'ਚ। ਚੰਦਰਗੁਪਤ 2 ਦਾ ਜਿਹੜਾ ਦੂਜਾ ਨਾਮ ਹੈ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਵਿਕਰਮਦਿੱਤਿਆ ਵੀ ਕਹਿੰਦੇ ਨੇ ਕਿਹਨੂੰ? ਚੰਦਰਗੁਪਤ 2। ਠੀਕ ਹੈ ਜੀ, ਚੰਦਰਗੁਪਤ ਫਰਸਟ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਸਨੇ ਕੀ ਹੈ ਜੀ? ਦਿਨਾਰਜ਼ ਜਿਹੜੇ ਇੰਟਰੋਡਿਊਸ ਕੀਤੇ। ਠੀਕ ਹੈ, ਉਹ ਕਿਹਨੇ ਕੀਤੇ ਜੀ? ਚੰਦਰਗੁਪਤ ਫਰਸਟ ਨੇ। 골ਡ ਕੋਇਨਸ ਕਹਿੰਦੇ ਆ। ਇੱਕ ਕੁਐਸਚਨ ਮੈਂ ਪਿਛਲੀ ਸੀਰੀਜ਼ ਦੇ ਵਿੱਚ ਬਣਾਇਆ ਜੀ, ਉਹ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜੇ 골ਡ ਕੋਇਨਸ ਨੇ ਉਹ ਕਿਹਨੇ ਇਸ਼ੂ ਕੀਤੇ? ਜੇ ਤਾਂ ਆਪਸ਼ਨ ਦੇ ਵਿੱਚ ਹੈਗਾ ਜੀ ਇੰਡੋ ਗ੍ਰੀਕਸ, ਤਾਂ ਤੁਸੀਂ ਲਾ ਕੇ ਆਉਣਾ ਹੈ ਇੰਡੋ ਗ੍ਰੀਕਸ। ਬਟ ਜੇ ਇੰਡੋ ਗ੍ਰੀਕ ਆਪਸ਼ਨ ਦੇ ਵਿੱਚ ਨਹੀਂ ਹੈਗਾ ਤਾਂ ਚੰਦਰਗੁਪਤ ਫਰਸਟ। ਠੀਕ ਹੈ, ਤਾਂ ਧਿਆਨ ਰੱਖਿਓ। ਸਮੁੰਦਰਗੁਪਤ ਬਹੁਤ ਇੱਕ ਗੁਪਤ ਵੰਸ਼ ਦਾ ਇੰਪੋਰਟੈਂਟ ਰਾਜਾ ਹੈ। ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਆਪਾਂ ਕੀ ਹੈ ਕਰ ਸਕਦੇ ਹਾਂ ਤਿਆਰ। ਕਿ ਨੈਪੋਲੀਅਨ
ਆਫ ਇੰਡੀਆ ਕਿਹੜੇ ਰਾਜੇ ਨੂੰ ਕਿਹਾ ਜਾਂਦਾ ਹੈ? ਸਮੁੰਦਰ ਗੁਪਤ ਨੂੰ ਕਿਹਾ ਜਾਂਦਾ ਜੀ। ਸਭ ਤੋਂ ਪਹਿਲਾਂ ਕਿਹਨੇ ਕਿਹਾ ਸੀ? ਤਾਂ ਇਹ ਕਿਹਾ ਸੀਗਾ ਜੀ V.A. ਸਮਿਥ, ਜਾਂ A.V. ਸਮਿਥ ਲਿਖਿਆ ਮਿਲਦਾ ਗਾ, ਉਹ ਡਿਪੈਂਡ ਕਰਦਾ ਪੇਪਰ 'ਤੇ ਪਾਉਣ ਵਾਲੇ 'ਤੇ, ਠੀਕ ਹੈ। ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, A.V. ਸਮਿਥ ਜਾਂ V.A. ਸਮਿਥ ਯਾਦ ਰੱਖਿਓ। ਕਿਉਂ ਨੈਪੋਲੀਅਨ ਆਫ ਇੰਡੀਆ ਕਿਉਂ ਕਿਹਾ ਜਾਂਦਾ ਸੀ ਜੀ? ਕਿਉਂਕਿ ਇਹਦਾ ਜਿਹੜਾ ਲੜਨ ਦਾ ਤਰੀਕਾ ਸੀ, ਡਿਊ ਟੂ ਹਿਜ਼ ਵਾਰ ਐਂਡ ਪਾਲਿਸੀ, ਲੜਨ ਦਾ ਤਰੀਕਾ ਸੀਗਾ ਉਹ ਬਹੁਤ ਜ਼ਿਆਦਾ ਕੁਸ਼ਲ ਸੀਗਾ, ਠੀਕ ਹੈ, ਯਾਦ ਰੱਖਿਓ। ਕੁਮਾਰ ਗੁਪਤ, ਤਾਂ ਕੁਮਾਰ ਗੁਪਤ ਬਾਰੇ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਤਾਂ ਇਹ ਨਾਲੰਦਾ ਯੂਨੀਵਰਸਿਟੀ ਬਣਾਈ, ਠੀਕ ਹੈ, ਬਿਹਾਰ ਦੇ ਵਿੱਚ। ਤੇ ਚੱਲਦੇ ਹਾਂ ਜੀ ਅੱਗੇ। ਡਿਊਰਿੰਗ ਇੰਦਸ ਵੈਲੀ ਸਿਵਲਾਈਜੇਸ਼ਨ ਓਨਲੀ ਸਿਟੀ ਵਿਦਾਊਟ ਸਿਟਾਡਲ, ਕਿਹੜੀ ਇਹ ਜੀ ਸਿਟੀ ਸੀ ਜਿਹੜੀ ਵਿਦਾਊਟ ਸਿਟਾਡਲ ਸੀ, ਠੀਕ ਹੈ। ਜਿਵੇਂ ਆਪਾਂ ਕਹਿ ਦਈਏ ਨਾ, ਜਿਹੜੇ ਹੜੱਪਾ ਸਿਵਲਾਈਜੇਸ਼ਨ ਸੀ ਜਾਂ ਇੰਦਸ ਵੈਲੀ ਸਿਵਲਾਈਜੇਸ਼ਨ ਸੀ, ਉਹ ਕੀ ਸੀਗੇ, ਮਤਲਬ ਕਿਲਾ ਟਾਈਪ ਸੀਗੇ, ਠੀਕ ਹੈ। ਜਿਵੇਂ ਉੱਪਰ ਅਮੀਰ ਲੋਕ ਰਹਿੰਦੇ, ਫਿਰ ਕੀ ਹੈ ਜੀ ਥੋੜ੍ਹੇ ਜਿਹੇ ਮਿਡਲ ਕਲਾਸ ਆ ਗਏ, ਫਿਰ ਕੀ ਹੈ ਥੋੜ੍ਹੇ ਜਿਹੇ ਉਦੋਂ ਮਿਡਲ ਕਲਾਸ ਆ ਗਏ, ਠੀਕ ਹੈ, ਥੱਲੇ ਦੇ ਆ ਗਏ। ਤਾਂ ਜਿਹੜਾ ਇੰਦਸ ਵੈਲੀ ਸਿਵਲਾਈਜੇਸ਼ਨ ਵੇਲੇ ਓਨਲੀ ਸਿਟੀ ਦੱਸਣੀ ਹੈ ਜੀ ਵਿਦਾਊਟ ਸਿਟਾਡਲ, ਤਾਂ ਉਹ ਕਿਹੜੀ ਸੀਗੀ ਜੀ? ਉਹ ਸੀਗੀ ਚੰਦਾੜੋ, ਠੀਕ ਹੈ, ਚੰਦਾਰੋ ਯਾਦ ਰੱਖਿਓ। ਚੰਦਾਰੋ ਸੀ ਜਿਹੜੀ ਸਿਟੀ ਵਿਦਾਊਟ ਸਿਟਾਡਲ ਸੀ। ਇੰਦਸ ਵੈਲੀ ਸਿਵਲਾਈਜੇਸ਼ਨ ਜਿਹੜੀ ਸਾਰਿਆਂ ਨਾਲੋਂ ਪਹਿਲੀ ਵਾਰ, ਠੀਕ ਹੈ, ਜਾਂ ਹੜੱਪਾ ਸਿਵਲਾਈਜੇਸ਼ਨ ਵੀ ਕਹਿੰਦੇ ਨੇ, ਕਿਹਨੇ ਲੱਭੀ ਜੀ? ਜੌਹਨ ਮਾਰਸ਼ਲ। ਜੌਹਨ ਮਾਰਸ਼ਲ ਨੇ ਦੱਸਿਆ ਸੀ ਵੀ ਭਾਈ ਇੱਥੇ ਕੋਈ ਪੁਰਾਣੀ ਸੱਭਿਅਤਾ ਜਿਹੜੀ ਉਹ ਲੁਕੀ ਹੋਈ ਹੈ, ਜੌਹਨ ਮਾਰਸ਼ਲ। ਬਟ ਜਿਹੜਾ ਹੜੱਪਾ ਸਿਵਲਾਈਜੇਸ਼ਨ ਇਹਨੂੰ ਕਿਉਂ ਕਿਹਾ ਜਾਂਦਾ? ਕਿਉਂਕਿ ਸਾਰਿਆਂ ਨਾਲੋਂ ਪਹਿਲਾ ਜਿਹੜਾ ਸ਼ਹਿਰ ਸੀ ਉਹ ਹੜੱਪਾ ਲੱਭਿਆ ਗਿਆ ਸੀ, ਠੀਕ ਹੈ। ਇਹ ਗੱਲ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਹੜੱਪਾ ਜਿਹੜਾ ਸ਼ਹਿਰ ਸੀ ਉਹ ਲੱਭਿਆ ਸੀ ਜੀ ਦਿਆਰਾਮ ਸਾਨੀ, ਠੀਕ ਹੈ, ਦਿਆਰਾਮ ਸਾਨੀ। ਇਹ ਗੱਲ ਤੁਸੀਂ ਯਾਦ ਰੱਖਣੀ ਹੈ 1921 ਦੇ ਵਿੱਚ। ਇੰਦਸ ਵੈਲੀ ਸਿਵਲਾਈਜੇਸ਼ਨ ਦਾ ਜਿਹੜਾ ਨਾਮ ਹੈ ਉਹ ਇੰਦਸ ਕਿਉਂ ਸੀਗਾ ਜੀ? ਕਿਉਂਕਿ ਇਹ ਜਿਹੜੀ ਸਾਰੀ ਸੱਭਿਅਤਾ ਸੀਗੀ ਉਹ ਇੰਦਸ ਨਦੀ ਦੇ ਕਿਨਾਰੇ ਹੈ ਜਿਹੜੀ ਉਹ ਵਸੀ ਹੋਈ ਸੀ, ਠੀਕ ਹੈ ਜੀ। ਇੰਦਸ ਨਦੀ ਦੇ ਕਿਨਾਰੇ ਸਿੰਧੂ ਕਹਿੰਦੇ ਨੇ ਜੀ, ਠੀਕ ਹੈ। ਤੇ ਸੁਰਕੋਟੜਾ ਬਾਰੇ ਕੀ ਗੱਲ ਇੰਪੋਰਟੈਂਟ ਹੈ ਜੀ? ਰਿਮੇਨਸ ਆਫ ਹਾਰਸ, ਹਾਰਸ ਦੇ ਮਤਲਬ ਜਿਹੜਾ ਕੀ ਸੀਗਾ, ਪਿੰਜਰ ਸੀਗਾ, ਜੇ ਆਪਾਂ ਕਹਿ ਦਈਏ ਉਹਨੂੰ ਦੱਬ ਕੇ ਦਫਨਾਇਆ ਗਿਆ ਹੋਊਗਾ, ਉਹ ਰਹਿ ਗਿਆ ਹੋਊ ਰਹਿੰਦ ਖੂੰਹਦ, ਠੀਕ ਹੈ। ਉਹ ਕਿੱਥੇ ਮਿਲੀ ਆ? ਸੁਰਕੋਟੜਾ, ਯਾਦ ਰੱਖਿਓ, ਠੀਕ ਹੈ ਜੀ, ਯਾਦ ਰੱਖਿਓ। ਹੂ ਵਾਜ਼ ਦਾ ਫਰਸਟ ਮੁਸਲਿਮ ਟੂ ਇਨਵੇਡ ਇੰਡੀਆ? ਬਹੁਤ ਸਾਰੇ ਬੱਚੇ ਇਸ ਕੁਐਸਚਨ ਦੇ ਵਿੱਚ ਕੀ ਹੈ ਜੀ ਰੋਂਗ ਆਨਸਰ ਲਾ ਕੇ ਆਉਣਗੇ, ਜਿਹੜਾ ਕਿ ਲਾਉਣਗੇ ਉਹ ਏ ਨਹੀਂ ਆਊਗਾ ਜੀ। ਸਾਰਿਆਂ ਨਾਲੋਂ ਪਹਿਲਾਂ ਮੁਸਲਿਮ ਇਨਵੇਡਰ ਇੰਡੀਆ 'ਤੇ ਇਨਵੇਡ ਕੀਤਾ ਕਿਹਨੇ ਕੀਤਾ ਜੀ? ਮੁਹੰਮਦ ਬਿਨ ਕਾਸਿਮ, ਠੀਕ ਹੈ, ਮੁਹੰਮਦ ਬਿਨ ਕਾਸਿਮ 712 AD ਦੇ ਵਿੱਚ, ਠੀਕ ਹੈ ਜੀ, 712 AD ਦੇ ਵਿੱਚ, ਯਾਦ ਰੱਖਿਓ, ਬਹੁਤ ਇੰਪੋਰਟੈਂਟ ਗੱਲ ਹੈ। ਬਟ ਉਦੋਂ ਬਾਅਦ ਜੇ ਆਪਾਂ ਮੁਹੰਮਦ ਗੌਰੀ ਦੀ ਗੱਲ ਕਰੀਏ, 1191 ਅਤੇ 1192 ਦੇ ਵਿੱਚ ਦੋ ਲੜਾਈਆਂ ਹੋਈਆਂ ਜੀ, ਕਿਹਦੇ ਵਿਚਕਾਰ? ਮੁਹੰਮਦ ਗੌਰੀ ਐਂਡ ਪ੍ਰਿਥਵੀ ਰਾਜ ਚੌਹਾਨ ਦੇ ਵਿੱਚ, ਠੀਕ ਹੈ, ਇਹ ਯਾਦ ਰੱਖਿਓ। ਫਸਟ ਬੈਟਲ ਆਫ ਤਹਿਰਾਨ, ਠੀਕ ਹੈ, ਸੈਕਿੰਡ ਬੈਟਲ ਆਫ ਤਹਿਰਾਨ, ਠੀਕ ਹੈ, ਇਹ ਗੱਲ ਯਾਦ ਰੱਖਣੀ ਤੁਸੀਂ। ਪਹਿਲੀ ਜਿਹੜੀ ਲੜਾਈ ਸੀ ਉਹਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾ ਦਿੱਤਾ ਸੀ। ਬਟ ਦੂਜੀ ਲੜਾਈ ਦੇ ਵਿੱਚ ਕੀ ਹੋਇਆ ਜੀ? ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਦਿੱਤਾ, ਠੀਕ ਹੈ। ਪ੍ਰਿਥਵੀ ਰਾਜ ਚੌਹਾਨ ਦੇ ਬਾਰੇ ਇੱਕ ਇੰਪੋਰਟੈਂਟ ਗੱਲ ਹੈ ਜੀ, ਇਹਦਾ ਇੱਕ ਪੋਇਟ ਸੀਗਾ ਜੀ ਜਿਹਦਾ ਨਾਮ ਸੀ ਚਾਂਦ ਬਰਦਈ। ਉਹਨੇ ਇੱਕ ਇਹਦੀ ਲਾਈਫ ਸਟੋਰੀ ਲਿਖੀ ਸੀ ਜਿਹਨੂੰ ਕਹਿੰਦੇ ਜੀ ਪ੍ਰਿਥਵੀ ਰਾਜ ਰਾਸੋ। ਪੁੱਛ ਲੈਂਦੇ ਪੇਪਰ 'ਚ, ਪ੍ਰਿਥਵੀ ਰਾਜ ਰਾਸੋ ਕਿਹਦੇ ਨਾਲ ਐਸੋਸੀਏਟਡ ਹੈ, ਕਿਹਨੇ ਲਿਖੀ, ਠੀਕ ਹੈ, ਤਾਂ ਮੁਹੰਮਦ ਗੌਰੀ ਅਤੇ ਚਾਂਦ ਬਰਦਈ, ਠੀਕ ਹੈ, ਯਾਦ ਰੱਖਿਓ। ਮਹਿਮੂਦ ਗਜਨਵੀ 17 ਰੇਡਸ ਕੀਤੀਆਂ ਜੀ ਇਹਨੇ ਇੰਡੀਆ ਦੇ ਵਿੱਚ, ਠੀਕ ਹੈ, 17 ਰੇਡਸ ਕੀਤੀਆਂ ਇੰਡੀਆ ਦੇ ਵਿੱਚ, ਠੀਕ ਹੈ। 1025 ਦੇ ਵਿੱਚ ਸੋਮਨਾਥ ਟੈਂਪਲ 'ਤੇ ਹਮਲਾ ਕੀਤਾ ਸੀ ਜੀ ਇਹਨੇ, ਪੇਪਰ 'ਚ ਪੁੱਛ ਲੈਂਦੇ ਨੇ। ਸੋਮਨਾਥ ਟੈਂਪਲ 'ਤੇ ਹਮਲਾ ਕਦੋਂ ਹੋਇਆ? 1025 AD ਦੇ ਵਿੱਚ, ਠੀਕ ਹੈ। ਫਸਟ ਗਵਰਨਰ ਆਫ ਪੁਰਤਗੀਜ਼ ਇਨ ਇੰਡੀਆ, ਪੁਰਤਗਾਲੀ ਜਦੋਂ ਇੰਡੀਆ ਦੇ ਵਿੱਚ ਆਏ, ਪਹਿਲੀ ਗੱਲ ਤਾਂ ਕਦੋਂ ਆਏ? 1498 ਦੇ ਵਿੱਚ ਆਏ, ਠੀਕ ਹੈ। ਤਾਂ ਇੰਡੀਆ ਦੇ ਵਿੱਚ ਜਿਹੜਾ ਇਹਨਾਂ ਦਾ ਪਹਿਲਾ ਗਵਰਨਰ ਬਣਿਆ ਉਹ ਕੁਐਸਚਨ ਇਹਨੇ ਪੁੱਛਿਆ, ਤਾਂ ਕੌਣ ਸੀਗਾ ਜੀ? ਫਰਾਂਸਿਸਕੋ ਡੀ ਐਲਮੀਡੀਆ। ਫਰਾਂਸਿਸਕੋ ਜਾਂ ਐਲਮੀਡੀਆ ਕਹਿੰਦੇ ਨੇ, ਕਈ ਕਿਤਾਬਾਂ ਦੇ ਵਿੱਚ ਪੂਰਾ ਨਾਮ ਲਿਖਿਆ ਹੋਇਆ ਫਰਾਂਸਿਸਕੋ ਡੀ ਐਲਮੀਡੀਆ, ਠੀਕ ਹੈ, ਪਹਿਲਾ ਗਵਰਨਰ ਸੀ। ਦੂਜਾ ਗਵਰਨਰ ਪੇਪਰ 'ਚ ਪੁੱਛ ਲੈਣ, ਅਲਫਾਂਸੋ ਡੀ ਐਲਬਰਿੰਕੇ ਦੂਜਾ ਗਵਰਨਰ ਸੀ, ਠੀਕ ਹੈ, ਗੱਲ ਧਿਆਨ ਨਾਲ ਸਮਝਣੀ ਹੈ।
ਤੇ ਪੁਰਤਗੀਜ਼ ਜਦੋਂ ਆਏ ਸੀ ਤਾਂ ਇਹਦਾ ਜਿਹੜਾ ਵੈਲਕਮ ਕੀਤਾ ਸੀ ਉਹ ਹਿੰਦੂ ਰੂਲਰ ਸੀ ਜ਼ੈਮੋਰੀਨ, ਠੀਕ ਹੈ, ਉਹਨੇ ਵੈਲਕਮ ਕੀਤਾ ਸੀ ਇਹਦਾ ਵਾਸਕੋ ਡੀ ਗਾਮਾ ਦਾ, ਠੀਕ ਹੈ ਜੀ। ਵਾਸਕੋ ਡੀ ਗਾਮਾ ਆਇਆ ਸੀ ਪੁਰਤਗਾਲੀਆਂ ਦੇ ਤਰਫੋਂ ਕੇਪ ਆਫ ਗੁੱਡ ਹੋਪ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੇਪ ਆਫ ਗੁੱਡ ਹੋਪ ਦੇ ਬਾਰੇ ਵੀ ਦੱਸ ਹੀ ਦਿੰਦਾ। ਕੀ ਹੈ ਜੀ, ਕੇਪ ਆਫ ਗੁੱਡ ਹੋਪ ਦੇ ਰਾਹੀਂ, ਠੀਕ ਹੈ, ਇੰਡੀਆ ਆਉਣ ਵਾਲਾ ਬੰਦਾ ਕੌਣ ਸੀ, ਉਹ ਸੀਗਾ ਜੀ ਵਾਸਕੋ ਡੀ ਗਾਮਾ। ਬਟ ਇੱਥੇ ਕੀ ਹੈ, ਕੁਐਸਚਨ ਉਹ ਹੋਰ ਤਰ੍ਹਾਂ ਡੀਪ ਪੁੱਛ ਲੈਂਦਾ ਹੈ ਕਿ ਕੇਪ ਆਫ ਗੁੱਡ ਹੋਪ ਲੱਭੀ ਕਿਹਨੇ, ਠੀਕ ਹੈ, ਫਾਊਂਡਰ ਕੌਣ ਸੀ, ਤਾਂ ਉਦੋਂ ਆਨਸਰ ਚੇਂਜ ਹੋ ਜਾਂਦਾ ਹੈ। ਕੀ ਹੈ ਜੀ, ਵਾਟ ਮੋਲੀਓ ਦਿਆਸ, ਠੀਕ ਹੈ, ਥੋੜ੍ਹੀ ਰਾਈਟਿੰਗ ਦੇ ਵਿੱਚ ਚੈੱਕ ਕਰ ਲਿਓ ਮਾੜਾ। ਬਾਟ ਮਲੀਓ ਦਿਆਸ ਨੇ ਕੀ ਹੈ ਜੀ ਇਹ ਜਿਹੜਾ ਕੇਪ ਆਫ ਗੁੱਡ ਹੋਪ ਹੈ ਜੀ ਲੱਭੀ ਸੀਗੀ, ਠੀਕ ਹੈ, ਦੋਨਾਂ ਦੇ ਵਿੱਚ ਫਰਕ ਹੈ। 10th ਕੁਐਸਚਨ, ਇਨ 1938 ਹਰੀਪੁਰਾ ਪ੍ਰੈਜ਼ੀਡੈਂਟ ਆਫ INC। ਹਰੀਪੁਰਾ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹੜਾ ਸੈਸ਼ਨ ਲੱਗਿਆ ਸੀ ਉਹਦਾ ਪ੍ਰੈਜ਼ੀਡੈਂਟ ਪੁੱਛਿਆ ਜੀ ਕੌਣ ਸੀਗਾ, ਤਾਂ ਉਹ ਸੀਗਾ ਜੀ ਸੁਭਾਸ਼ ਚੰਦਰ ਬੋਸ, ਠੀਕ ਹੈ, ਸੁਭਾਸ਼ ਚੰਦਰ ਬੋਸ ਸੀਗੇ ਜਿਹੜਾ ਉਹ ਪ੍ਰੈਜ਼ੀਡੈਂਟ ਸੀਗਾ ਹਰੀਪੁਰ ਸੈਸ਼ਨ ਦਾ। ਸੁਭਾਸ਼ ਚੰਦਰ ਬੋਸ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਦੇਸ਼ ਨਾਇਕ। ਪੇਪਰ 'ਚ ਪੁੱਛ ਲੈਂਦੇ ਆ ਦੇਸ਼ ਨਾਇਕ ਕਿਸ ਨੂੰ ਕਿਹਾ ਜਾਂਦਾ ਹੈ, ਸੁਭਾਸ਼ ਚੰਦਰ ਬੋਸ ਨੂੰ। 21 ਅਕਤੂਬਰ 1943 ਨੂੰ ਜੀ ਸਿੰਗਾਪੁਰ ਦੇ ਵਿੱਚ ਇਹਨੇ ਆਜ਼ਾਦ ਹਿੰਦ ਫੌਜ ਬਣਾਈ ਸੀ ਸੁਭਾਸ਼ ਚੰਦਰ ਬੋਸ ਨੇ, ਠੀਕ ਹੈ। JB ਕਿਰਪਲਾਨੀ ਲਾਸਟ ਪ੍ਰੈਜ਼ੀਡੈਂਟ ਸੀ ਜੀ ਆਫ INC, ਯਾਦ ਰੱਖਣਾ ਹੈ ਲਾਸਟ ਪ੍ਰੈਜ਼ੀਡੈਂਟ INC ਦਾ ਕੌਣ ਸੀ, JB ਕਿਰਪਲਾਨੀ। ਇਹਦੇ ਕੋਲ ਇੱਕ ਕਮੇਟੀ ਸੀ, ਠੀਕ ਹੈ, ਕਿਹੜੀ ਸੀ ਜੀ, ਫਲੈਗਸ਼ਿਪ ਕਮੇਟੀ, ਜਿਹਨੂੰ ਆਪਾਂ ਕਹਿੰਦੇ ਹਾਂ ਝੰਡਾ ਕਮੇਟੀ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਕਮੇਟੀਆਂ ਬਣੀਆਂ ਸੀ ਜਦੋਂ ਆਪਣਾ ਕੀ ਹੈ ਜੀ ਸੰਵਿਧਾਨ ਹੈ ਜਿਹੜਾ ਉਹ ਬਣ ਰਿਹਾ ਸੀ ਜਾਂ ਤਿਆਰ ਹੋ ਰਿਹਾ ਸੀ, ਠੀਕ ਹੈ ਜੀ। ਦਾਦਾ ਬਾਈ ਨਹਿਰੂ ਜੀ, ਬਹੁਤ ਇੰਪੋਰਟੈਂਟ ਗੱਲਾਂ ਮੈਂ ਪਹਿਲਾਂ ਵੀ ਦੱਸ ਦਿੰਦਾ। ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਜੀ, ਦਾਦਾ ਬਾਈ ਨਹਿਰੂ ਜੀ ਨੂੰ। ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਕਿਹਦੀ ਕਿਤਾਬ ਹੈ ਜੀ, ਦਾਦਾ ਬਾਈ ਨਹਿਰੂ ਜੀ ਦੀ ਹੈ, ਠੀਕ ਹੈ। 1906 ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਸਵਰਾਜ ਦੀ ਜਿਹੜੀ ਮੰਗ ਰੱਖੀ ਸੀ, ਗੋਲ ਸੀਗਾ ਇਹਨਾਂ ਦਾ, ਠੀਕ ਹੈ। INC ਦਾ ਸੈਸ਼ਨ ਹੋਇਆ ਸੀ 1906 ਦੇ ਵਿੱਚ, ਉਹਦੇ ਪ੍ਰੈਜ਼ੀਡੈਂਟ ਸੀ ਦਾਦਾ ਬਾਈ ਨਹਿਰੂ ਜੀ। ਸਵਰਾਜ ਦੀ ਮੰਗ ਰੱਖੀ ਸੀ, ਯਾਦ ਰੱਖਿਓ, ਇੰਪੋਰਟੈਂਟ ਹੈ। ਸਵਰਾਜ ਜਿਹੜਾ ਵਰਡ ਹੈ ਇਹਦੇ ਨਾਲ ਨਾ ਤੁਸੀਂ ਤਿੰਨ ਚੀਜ਼ਾਂ ਕੀ ਹੈ ਇਕੱਠੀਆਂ ਹੀ ਯਾਦ ਰੱਖ ਲਓ। ਕਿ ਜਿਹੜਾ ਸਵਰਾਜ ਵਰਡ ਹੈ, ਪਹਿਲੀ ਗੱਲ ਤਾਂ ਇਹ ਟਰਮ ਕਿਹਨੇ ਜਿਹੜੀ ਹੈ ਗਿਵਨ ਕੀਤੀ ਦਿੱਤੀ, ਤਾਂ ਉਹ ਹੈ ਜੀ ਸਰਸਵਤੀ, ਦਇਆਨੰਦ ਸਰਸਵਤੀ ਜੀ ਨੇ ਦਿੱਤੀ, ਠੀਕ ਹੈ, ਇੰਨੀ ਗੱਲ ਕਲੀਅਰ। ਤੇ ਜੇ ਸਵਰਾਜ ਦਾ ਜਿਹੜਾ ਸੈਸ਼ਨ ਸੀ, ਸਵਰਾਜ ਦੀ ਮੰਗ ਕਿਹੜੇ ਸੈਸ਼ਨ 'ਚ ਰੱਖੀ ਗਈ, 1906 ਦੇ ਵਿੱਚ, ਮੇ ਬੀ ਕਲਕੱਤਾ ਸੈਸ਼ਨ ਸੀਗਾ ਜੀ ਉਹ। ਦਾਦਾ ਬਾਈ ਨਹਿਰੂ ਜੀ ਉਹ ਕੀ ਸੀਗੇ ਸੈਸ਼ਨ ਦੇ ਪ੍ਰੈਜ਼ੀਡੈਂਟ ਸੀਗੇ। ਇੱਕ ਸਵਰਾਜ ਇਜ ਮਾਈ ਬਰਥ ਰਾਈਟ ਐਂਡ ਆਈ ਸ਼ੈਲ ਹੈਵ ਇਟ, ਉਹ ਵੀ ਸਵਰਾਜ ਦੇ ਨਾਲ ਜੁੜਿਆ ਹੋਇਆ ਵਰਡ ਹੈ। ਤਾਂ ਬਾਲ ਗੰਗਾਧਰ ਤਿਲਕ ਨੇ ਕੀ ਹੈ ਜੀ ਇਹ ਵਰਡ ਸੀਗੇ ਹੋਮ ਰੂਲ ਲੀਗ ਮੂਵਮੈਂਟ ਦੇ ਵਿੱਚ ਕਹੇ ਸੀ, ਠੀਕ ਹੈ, ਉਹਨਾਂ ਦਾ ਇਹ ਸਲੋਗਨ ਸੀਗਾ। ਤਾਂ ਯਾਦ ਰੱਖਿਓ। ਚੱਲਦੇ ਹਾਂ ਅੱਗੇ। ਲਿਟਲ ਕਾਰਪੋਰਾਲ ਵਾਜ਼ ਦਾ ਨਿਕਨੇਮ ਔਰ ਅਲਟਰਨੇਟਿਵ ਨੇਮ ਆਫ, ਇਹ ਬਹੁਤ ਜ਼ਿਆਦਾ ਕੁਐਸਚਨ ਬਣਾ ਲੈਂਦੇ ਨੇ ਨਿਕਨੇਮ ਤੇ ਜਾਂ ਅਲਟਰਨੇਟਿਵ ਨੇਮ ਤੇ। ਤਾਂ ਲਿਟਲ ਕਾਰਪੋਰਲ ਕਿਹਨੂੰ ਕਿਹਾ ਜਾਂਦਾ ਜੀ, ਇਹ ਕਿਹਾ ਜਾਂਦਾ ਜੀ ਨਪੋਲੀਅਨ ਨੂੰ, ਠੀਕ ਹੈ। ਮੈਨ ਆਫ ਡੈਸਟਨੀ, ਮੈਨ ਆਫ ਡੈਸਟਨੀ ਪੇਪਰ 'ਚ ਪੁੱਛ ਸਕਦੇ ਨੇ, ਕਿਹਨੂੰ ਕਿਹਾ ਜਾਂਦਾ ਜੀ, ਨੈਪੋਲੀਅਨ ਨੂੰ, ਠੀਕ ਹੈ। 1815 ਇਹ ਈਅਰ ਤੁਸੀਂ ਯਾਦ ਰੱਖਣਾ ਹੈ। ਇਹ ਵਾਟਰਲੂ ਦੀ ਜਿਹੜੀ ਜੰਗ ਸੀ, ਪੇਪਰ 'ਚ ਪੁੱਛ ਸਕਦੇ ਨੇ ਕਦੋਂ ਹੋਈ, 1815। ਵਾਟਰਲੂ ਦੀ ਜੰਗ ਸੀ ਜਿਹੜੀ ਇਹ ਹਾਰ ਗਿਆ ਸੀ ਨੈਪੋਲੀਅਨ, ਠੀਕ ਹੈ। ਨੈਪੋਲੀਅਨ ਬੋਨਾਪਾਰਟ ਇਹਦਾ ਪੂਰਾ ਨਾਮ ਹੈ। ਤੇ ਉਦੋਂ ਇਹ ਕੀ ਹੋਇਆ ਜੀ, ਸੈਂਟ ਹਲੀਨਾ ਦੇ ਵਿੱਚ ਕੀ ਹੈ ਜੀ ਭੱਜ ਗਿਆ ਸੀ, ਪੇਪਰ 'ਚ ਪੁੱਛ ਸਕਦੇ ਨੇ। ਨੈਪੋਲੀਅਨ ਹੈ ਜਿਹੜਾ ਵਾਟਰਲੂ ਦੀ ਜੰਗ ਹਾਰ ਗਿਆ ਸੀ 1815 ਦੇ ਵਿੱਚ, ਕਿੱਥੇ ਭੱਜ ਗਿਆ, ਸੈਂਟ ਹੈਲੀਨਾ ਦੇ ਵਿੱਚ ਭੱਜ ਗਿਆ। ਨਪੋਲੀਅਨ ਦੀ ਸੈਨਾ ਦੇ ਵਿੱਚੋਂ ਦੋ ਬੰਦੇ ਸੀ ਜਿਹੜੇ ਉਹ ਕੀ ਸੀਗੇ ਜੀ, ਮਹਾਰਾਜਾ ਰਣਜੀਤ ਸਿੰਘ ਦੇ ਫੌਜ ਦੇ ਵਿੱਚ ਕੀ ਸੀਗੇ, ਮੁਖੀ ਸੀਗੇ, ਜਿਨ੍ਹਾਂ ਦੇ ਨਾਮ ਨੇ ਜੀ ਵੈਂਚੂਰਾ ਐਂਡ ਅਲਾਰਡ, ਪੇਪਰ 'ਚ ਪੁੱਛ ਸਕਦੇ ਨੇ। ਇਹ ਵੀ ਗੱਲ ਮੈਂ ਤੁਹਾਨੂੰ ਰਿਲੇਟ ਕਰਤੀ, ਯਾਦ ਰੱਖਿਓ। ਬਿਸਮਾਰਕ ਆਫ ਇੰਡੀਆ ਜੇ ਪੁੱਛ ਲੈਣ ਕਿਹਨੂੰ ਕਿਹਾ ਜਾਂਦਾ ਜੀ, ਵੱਲਭ ਭਾਈ ਪਟੇਲ ਨੂੰ, ਠੀਕ ਹੈ, ਵੱਲਭ ਭਾਈ ਪਟੇਲ ਨੂੰ। ਸਰਦਾਰ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਜਿਹੜਾ
ਟਾਈਟਲ ਸੀ ਉਹ ਕਿਹਨੇ ਦਿੱਤਾ ਸੀ? ਮਹਾਤਮਾ ਗਾਂਧੀ ਨੇ। ਠੀਕ ਹੈ, ਸਰਦਾਰ ਕਿਹਨੇ ਕਿਹਾ ਸੀ ਜੀ? ਮਹਾਤਮਾ ਗਾਂਧੀ ਨੇ। ਬਟ ਜੇ ਆਪਸ਼ਨ ਦੇ ਵਿੱਚ ਮਹਾਤਮਾ ਗਾਂਧੀ ਨਹੀਂ ਹੈਗਾ ਤਾਂ ਵੱਲਭ ਭਾਈ ਪਟੇਲ ਜੀ ਨੇ ਕੀ ਸੀਗਾ ਜੀ? ਇੱਕ ਬਰਦੌਲੀ ਸੱਤਿਆਗ੍ਰਹਿ ਕੀਤਾ ਸੀ, ਤਾਂ ਉੱਥੇ ਕੁਛ ਔਰਤਾਂ ਨੇ ਉਹਨਾਂ ਨੂੰ ਸਰਦਾਰ ਕਿਹਾ ਸੀ। ਠੀਕ ਹੈ ਜੀ। ਅਡੋਲਫ ਹਿਟਲਰ ਦਾ ਨਿਕਨੇਮ ਕੀ ਹੈ ਜੀ? ਇਹ ਵੀ ਪੁੱਛ ਲੈਂਦੇ ਪੇਪਰ 'ਚ। ਫਰਹੀਰ। ਫਰਹੀਰ ਕਿਹਾ ਜਾਂਦਾ ਕਿਹਨੂੰ? ਅਡੋਲਫ ਹਿਟਲਰ ਨੂੰ। ਤੇ ਇਹਨਾਂ ਦੀ ਇੱਕ ਕਿਤਾਬ ਤੁਸੀਂ ਯਾਦ ਰੱਖਣੀ ਹੈ, ਕਿਹੜੀ ਜੀ? ਮੇਨ ਕੈਂਪ। ਪੁੱਛ ਲੈਣਗੇ ਪੇਪਰ 'ਚ ਕਿਹਦੇ ਨਾਲ ਸੰਬੰਧਿਤ ਹੈ। ਠੀਕ ਹੈ। ਨਾਜੀ ਡਿਕਟੇਟਰ ਆਫ ਜਰਮਨੀ ਸੀਗਾ ਅਡੋਲਫ ਹਿਟਲਰ। ਸੈਕਿੰਡ ਵਰਲਡ ਵਾਰ ਦੇ ਵੇਲੇ ਇਹ ਕੀ ਸੀਗਾ ਜੀ? ਵਿੱਚ ਮੌਜੂਦ ਸੀਗਾ। ਤਾਂ ਇਹ ਵੀ ਪੇਪਰ ਦੇ ਵਿੱਚ ਕੁਐਸਚਨ ਬਣਾ ਲੈਂਦੇ ਨੇ। ਫਲੋਰੈਂਸ ਨਾਈਟਿੰਗੇਲ ਜੇ ਪੇਪਰ 'ਚ ਪੁੱਛ ਲੈਣ, ਨਾਈਟਿੰਗੇਲ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਹੈ? ਭਾਰਤ ਦੀ ਕੋਇਲ ਕਿਹਨੂੰ ਕਿਹਾ ਜਾਂਦਾ ਜੀ? ਸਰੋਜਨੀ ਨਾਇਡੂ ਨੂੰ। ਸਰੋਜਨੀ ਨਾਇਡੂ ਉਹ ਕੌਣ ਸੀਗੇ ਜੀ? ਜਿਨ੍ਹਾਂ ਨੇ 1931 ਦੇ ਵਿੱਚ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਸੀ, ਉਹਨਾਂ ਦੇ ਵਿੱਚ ਵੂਮੈਨ ਰਿਪਰੈਜ਼ੈਂਟੇਟਿਵ ਕੌਣ ਸੀਗੇ? ਸਰੋਜਨੀ ਨਾਇਡੂ ਸੀਗੇ। ਠੀਕ ਹੈ। ਤੇ INC ਵੱਲੋਂ ਕੌਣ ਗਏ ਸੀਗੇ ਜੀ? ਮਹਾਤਮਾ ਗਾਂਧੀ। ਤੇ ਵੂਮੈਨ ਨੂੰ ਕੌਣ ਰਿਪਰੈਜ਼ੈਂਟ ਕਰ ਰਿਹਾ ਸੀ? ਸਰੋਜਨੀ ਨਾਇਡੂ। ਇਹਨਾਂ ਨੇ INC ਦਾ ਜਿਹੜਾ ਸੈਸ਼ਨ ਹੈ ਜੀ ਉਹ ਵੀ ਲਗਾਇਆ। ਕਿਹਨੇ? ਸਰੋਜਨੀ ਨਾਇਡੂ ਨੇ। ਠੀਕ ਹੈ। ਤੇ ਇਹ ਗੱਲਾਂ ਤੁਸੀਂ ਕੀ ਹੈ ਜੀ? ਯਾਦ ਰੱਖਣੀਆਂ। ਫਸਟ ਇੰਡੀਅਨ ਵੂਮੈਨ ਪ੍ਰੈਜ਼ੀਡੈਂਟ ਆਫ INC ਪੇਪਰ 'ਚ ਪੁੱਛ ਲੈਣ ਤਾਂ ਸਰੋਜਨੀ ਨਾਇਡੂ। ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਜਿਹੜੀ ਪ੍ਰੈਜ਼ੀਡੈਂਟ ਸੀ ਉਹ ਕੌਣ ਸੀ? ਸਰੋਜਨੀ ਨਾਇਡੂ। ਠੀਕ ਹੈ ਜੀ। ਐਟ ਦਾ ਟਾਈਮ ਆਫ ਵਰਲਡ ਵਾਰ 2 ਹੂ ਵਾਜ਼ ਦਾ ਪ੍ਰਾਈਮ ਮਿਨਿਸਟਰ ਆਫ ਇਟਲੀ? ਸੁਪਰ ਇੰਪੋਰਟੈਂਟ ਕੁਐਸਚਨ ਹੈ। ਵਰਲਡ ਵਾਰ 2 ਜਿਹੜੀ ਚੱਲੀ ਹੈ ਜੀ ਉਹ ਕਦੋਂ ਤੋਂ ਕਦੋਂ ਤੱਕ ਚੱਲੀ ਹੈ? 1948 ਤੋਂ ਲੈ ਕੇ 1945 ਤੱਕ ਚੱਲੀ ਹੈ। ਤਾਂ ਇਹਦੇ ਵਿੱਚ ਜਿਹੜਾ ਇਟਲੀ ਦਾ ਪ੍ਰਾਈਮ ਮਿਨਿਸਟਰ ਸੀ ਕੌਣ ਸੀਗਾ ਜੀ? ਬੈਨੀਟੋ ਮੋਸੋਲੀਨੀ। ਠੀਕ ਹੈ, ਬੈਨੀਟੋ ਮੋਸੋਲੀਨੀ। ਠੀਕ ਹੈ ਜੀ। ਤੇ ਹੋਰ ਤੁਸੀਂ ਇਹਦੇ ਬਾਰੇ ਕੀ ਯਾਦ ਰੱਖ ਸਕਦੇ ਹੋ? ਇਹ 'ਚ ਦੋ ਪਾਵਰਸ ਸੀਗੀਆਂ ਜੀ, ਇੱਕ ਸੀਗੀਆਂ ਜੀ ਸੈਂਟਰਲ ਪਾਵਰ, ਇੱਕ ਸੀਗੀਆਂ ਜੀ ਅਲਾਈਡ ਪਾਵਰ। ਮਤਲਬ ਮੁਲਕ ਸੀਗੇ ਜਿਹੜੇ ਉਹ ਵੰਡੇ ਹੋਏ ਸੀ। ਕਿਵੇਂ? ਕੁਛ ਕੁ ਮੁਲਕ ਇੱਧਰ ਹੀ ਇਕੱਠੇ ਸੀ, ਸੈਂਟਰਲ ਪਾਵਰ ਵੱਲ ਸੀ, ਕੁਛ ਕੁ ਅਲਾਈਡ ਪਾਵਰ ਵੱਲ ਸੀ। ਸੈਂਟਰਲ ਪਾਵਰਸ 'ਚ ਜਿਹੜੇ ਦੇਸ਼ ਸੀਗੇ ਜੀ ਉਹ ਸੀਗੇ ਜਰਮਨੀ, ਇਟਲੀ ਤੇ ਜਾਪਾਨ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਜ਼ਿਆਦਾ ਡੀਪ ਨਹੀਂ ਜਾਂਦੇ। ਵਿੰਸਟਨ ਚਰਚਿਲ ਉਸ ਟਾਈਮ ਇਹ ਕੀ ਸੀਗਾ? UK ਦਾ ਪ੍ਰਾਈਮ ਮਿਨਿਸਟਰ ਸੀਗਾ। ਫਰੈਂਕ ਡੀ ਰੋਜ਼ਵੈਲਟ ਪੁੱਛ ਲੈਣਗੇ ਪੇਪਰ 'ਚ, ਅਮੈਰੀਕਾ ਦਾ ਪ੍ਰੈਜ਼ੀਡੈਂਟ ਸੀਗਾ ਜੀ, ਪ੍ਰੈਜ਼ੀਡੈਂਟ ਆਫ USA। ਠੀਕ ਹੈ, ਇਹ ਗੱਲਾਂ ਧਿਆਨ ਨਾਲ ਤੁਸੀਂ ਕਰਨੀਆਂ ਨੇ, ਇੰਪੋਰਟੈਂਟ ਸਾਰੀਆਂ ਗੱਲਾਂ ਨੇ। ਠੀਕ ਹੈ ਜੀ। ਵਰਲਡ ਵਾਰ 2 ਦੇ ਵਿੱਚ ਪੁੱਛ ਲੈਣਗੇ ਅਮੈਰੀਕਾ ਦਾ ਪ੍ਰੈਜ਼ੀਡੈਂਟ ਕੌਣ ਸੀ, UK ਦਾ ਪ੍ਰੈਜ਼ੀਡੈਂਟ ਕੌਣ ਸੀ, ਇਟਲੀ ਦਾ ਪ੍ਰੈਜ਼ੀਡੈਂਟ ਕੌਣ ਸੀ। ਠੀਕ ਹੈ। ਹੀਰੋਹਿਟੋ ਉਸ ਸਮੇਂ ਜਾਪਾਨ ਦਾ ਕੀ ਸੀਗਾ ਜੀ? ਇਹ ਐਂਪਰਰ ਸੀਗਾ, ਜਾਪਾਨ ਦਾ ਐਂਪਰਰ ਸੀਗਾ ਜੀ। ਠੀਕ ਹੈ, ਇਹ ਗੱਲ ਯਾਦ ਰੱਖਣੀ ਆ, ਪ੍ਰਾਈਮ ਮਿਨਿਸਟਰ ਨਹੀਂ ਸੀਗਾ। ਠੀਕ ਹੈ। ਪ੍ਰਾਈਮ ਮਿਨਿਸਟਰ ਕੌਣ ਸੀਗਾ ਜਾਪਾਨ ਦਾ ਉਸ ਸਮੇਂ? ਟਿਡੈਹੀ ਹੋਜ਼ੋ। ਠੀਕ ਹੈ, ਇਸ ਤਰ੍ਹਾਂ ਦਾ ਨਾਮ ਹੈ ਜੀ, ਟਿਡੈਹੀ ਹੋਜ਼ੋ ਪ੍ਰਾਈਮ ਮਿਨਿਸਟਰ ਸੀਗਾ ਜਾਪਾਨ ਦਾ। ਬਟ ਐਂਪਰਰ ਪੁੱਛ ਲੈਣ ਤਾਂ ਹੀਰੋਹਿਟੋ। ਇੱਥੇ ਵੀ ਬਹੁਤ ਕਨਫਿਊਜ਼ ਕਰਦਾ ਬਹੁਤ ਸਾਰੇ ਬੱਚਿਆਂ ਨੂੰ। ਹੀਰੋਹਿਟੋ ਪਤਾ ਹੁੰਦਾ ਹੈ ਬਟ ਉਹ ਪੁੱਛ ਲੈਂਦਾ ਹੈ ਪ੍ਰਾਈਮ ਮਿਨਿਸਟਰ ਕੌਣ ਸੀ। ਤਾਂ ਪ੍ਰਾਈਮ ਮਿਨਿਸਟਰ ਕੌਣ ਸੀਗਾ ਜੀ? ਟਿਡੈਹੀ ਹੋਜ਼ੋ। ਕਿਹਦਾ? ਜਾਪਾਨ ਦਾ। ਠੀਕ ਹੈ, ਚੱਲਦੇ ਹਾਂ ਅੱਗੇ। ਵੈਨ ਦਾ ਮੂਨ ਇਜ਼ ਮੈਕਸੀਮਮ ਡਿਸਟੈਂਸ ਫਰੋਮ ਅਰਥ ਇਜ਼ ਕਾਲਡ? ਜਦੋਂ ਕਹਿੰਦਾ ਮੂਨ ਹੈ ਜਿਹੜਾ ਉਹ ਧਰਤੀ ਤੋਂ ਮੈਕਸੀਮਮ ਦੂਰੀ 'ਤੇ ਹੁੰਦਾ ਤਾਂ ਉਹ ਪੋਜੀਸ਼ਨ ਨੂੰ ਕੀ ਕਿਹਾ ਜਾਂਦਾ? ਪਹਿਲੀ ਗੱਲ ਤਾਂ ਇਹ ਵੀ ਤੁਸੀਂ ਕੀ ਹੈ ਜੀ, ਚਾਰ ਟਰਮਾਂ ਇਕੱਠੀਆਂ ਯਾਦ ਰੱਖਣੀਆਂ ਨੇ। ਕਿਵੇਂ? ਪਹਿਲਾਂ ਮੈਂ ਤੁਹਾਨੂੰ ਆਨਸਰ ਦੱਸਦਾ। ਵੈਨ ਦਾ ਮੂਨ ਇਜ਼ ਮੈਕਸੀਮਮ ਡਿਸਟੈਂਸ ਫਰੋਮ ਅਰਥ, ਉਹ ਪੋਜੀਸ਼ਨ ਨੂੰ ਕੀ ਕਹਿੰਦੇ ਨੇ? ਤਾਂ ਉਹਨੂੰ ਕਹਿੰਦੇ ਆ ਜੀ ਐਪੋਜੀ। ਐਪੋਜੀ ਕਹਿੰਦੇ ਨੇ। ਠੀਕ ਹੈ, ਜਦੋਂ ਮੈਕਸੀਮਮ ਡਿਸਟੈਂਸ 'ਤੇ ਹੋਵੇ। ਰਿਲੇਸ਼ਨ ਕਿਹਦਾ ਦੱਸੂਗਾ? ਮੂਨ ਦਾ ਤੇ ਅਰਥ ਦਾ। ਠੀਕ ਹੈ ਜੀ। ਜੀ ਪਿੱਛੇ ਟਰਮ ਲੱਗੂਗੀ, ਐਪੋਜੀ ਤੇ ਪੈਰੀਜੀ। ਜਦੋਂ ਵੀ ਗੱਲ ਕਰੂਗਾ ਤਾਂ ਧਰਤੀ ਤੇ ਮੂਨ ਦੀ ਗੱਲ ਕਰੂਗਾ, ਅਰਥ ਤੇ ਮੂਨ ਦੀ ਗੱਲ ਕਰੂਗਾ। ਐਪੋਜੀ ਪੋਜੀਸ਼ਨ ਉਦੋਂ ਹੋਊਗੀ ਜਦੋਂ ਮੈਕਸੀਮਮ ਡਿਸਟੈਂਸ 'ਤੇ ਹੋਊਗਾ ਅਰਥ ਦੇ ਨਾਲੋਂ ਮੂਨ। ਪੈਰੀਜੀ ਕੀ ਹੈ ਜੀ? ਜਦੋਂ ਨੀਅਰੈਸਟ ਪੋਜੀਸ਼ਨ 'ਤੇ ਹੋਊਗਾ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇੱਥੋਂ ਚਾਰ ਕੁਐਸਚਨ ਕੀ ਹੈ ਬਣ ਸਕਦੇ ਨੇ। ਟ੍ਰਿਕ ਕੀ ਯਾਦ ਬਣਾਉਣੀ ਹੈ ਤੁਸੀਂ? ਪੀ ਤੋਂ ਕੀ ਹੁੰਦਾ ਜੀ? ਆਪਾਂ ਕਹਿੰਦੇ ਪਾਸ ਹੈ, ਪਾਸ ਮਤਲਬ ਨੇੜੇ ਹੈ। ਪੀ ਤੋਂ ਪੈਰੀਜੀ, ਪੈਰੀਜੀ ਤੋਂ ਕੀ ਸਮਝੇ ਅਸੀਂ? ਜੀ ਤੋਂ ਅਸੀਂ ਸਮਝੇ ਵੀ ਮੂਨ ਤੇ ਅਰਥ ਦਾ ਰਿਲੇਸ਼ਨ ਹੈ। ਪੈਰੀਜੀ ਦਾ ਕੀ ਮਤਲਬ ਹੈ? ਵੀ ਮਤਲਬ ਨੀਅਰੈਸਟ। ਪੀ ਤੇ ਪਾਸ, ਪੀ ਤੇ ਨੇੜੇ, ਨੇੜੇ ਨੂੰ ਇੰਗਲਿਸ਼ 'ਚ ਕਹਿੰਦੇ ਨੀਅਰੈਸਟ। ਕਿਹਦੀ ਗੱਲ ਕਰਦਾ? ਅਰਥ ਤੇ ਮੂਨ ਦੀ। ਐਪੋਜੀ ਇਸ ਦਾ ਉਲਟ ਹੋ ਜਾਊਗਾ, ਦੂਰ ਵਾਲੀ ਪੋਜੀਸ਼ਨ ਹੋ ਜਾਊਗੀ ਕਿਹਦੀ? ਧਰਤੀ ਤੇ ਮੂਨ ਦੀ। ਠੀਕ ਹੈ, ਉਵੇਂ ਤੁਸੀਂ ਕੀ ਯਾਦ ਰੱਖਣਾ? ਐਪੀਹੀਲੀਅਨ ਤੇ ਪੈਰੀਹੀਲੀਅਨ ਇਕੱਠਾ ਯਾਦ ਰੱਖਣਾ। ਹੀਲੀਅਨ ਜਦੋਂ ਵਰਡ ਆ ਗਿਆ ਉਦੋਂ ਕਿਹਦੀ ਗੱਲ ਹੋਊਗੀ? ਸਨ ਐਂਡ ਅਰਥ। ਠੀਕ ਹੈ ਜੀ। ਪੀ ਤੇ ਤੁਸੀਂ ਕੀ ਆਖਣਾ?
ਪਾਸ, ਠੀਕ ਹੈ। ਪਾਸ ਮਤਲਬ ਨੀਅਰੈਸਟ, ਕੌਣ ਕੌਣ, सन ਤੇ अर्थ। ਜਦੋਂ ਕੀ ਹੈ ਜੀ सन ਐਂਡ अर्थ ਹੈ ਜਿਹੜੇ ਉਹ ਕੀ ਹੋਣਗੇ ਨੀਅਰੈਸਟ ਪੋਜੀਸ਼ਨ ਤੇ ਹੋਣਗੇ ਤਾਂ ਉਦੋਂ ਕੀ ਬਣੂਗਾ ਜੀ ਉਸ ਪੋਜੀਸ਼ਨ ਨੂੰ ਕੀ ਕਿਹਾ ਜਾਂਦਾ ਜੀ ਪੈਰੀਹੀਲੀਅਨ। ਤੇ ਐਪੀਹੀਲੀਅਨ ਕੀ ਹੋ ਜੂਗਾ ਇਸ ਤੋਂ ਉਲਟ ਹੋ ਜੂਗਾ ਜਦੋਂ ਮੈਕਸਿਮਮ ਡਿਸਟੈਂਸ ਤੇ ਹੋਣਗੇ। ਗੱਲ ਕਿਹਦੀ ਕਰੂਗਾ सन ਐਂਡ अर्थ ਦੀ, ਠੀਕ ਹੈ ਜੀ। ਇੰਨੀ ਕੁ ਗੱਲ ਤੁਸੀਂ ਕੀ ਹੈ ਜੀ ਯਾਦ ਰੱਖਣੀ ਹੈ। ਇੱਕ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਦਾ ਜੇ ਜ਼ਿਆਦਾ ਡੀਪ ਪੜ੍ਹਨਾ ਹੈ, ਐਪੋਜੀ ਤੇ ਪੈਰੀਜੀ। ਅਪੋਜੀ ਕਦੋਂ ਬਣਦਾ ਜੀ ਇਹਦੀ ਜਿਹੜੀ ਡਿਸਟੈਂਸ ਹੁੰਦਾ ਹੈ 406,000 ਕਿਲੋਮੀਟਰ ਦਾ ਹੁੰਦਾ ਹੈ, ਪੁੱਛ ਲੈਣ ਪੇਪਰ 'ਚ ਜੇ ਪੈਰੀਜੀ ਦਾ ਡਿਸਟੈਂਸ ਪੁੱਛੇ ਤਾਂ 364,000 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਹੁੰਦਾ ਹੈ ਧਰਤੀ ਤੇ ਚੰਨ ਦੇ ਵਿਚਕਾਰ। ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣ ਲਿਓ ਪਲੀਜ਼, ਕਨਫਿਊਜ਼ ਨਾ ਹੋਇਓ। ਹੁਗਲੀ ਇਜ਼ ਦਾ ਡਿਸਟਰੀਬਿਊਟਰੀ ਆਫ ਵਿਚ ਰਿਵਰ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਡਿਸਟਰੀਬਿਊਟਰੀ ਤੇ ਟ੍ਰਿਬਿਊਟਰੀ ਦੇ ਬਾਰੇ ਕਲੀਅਰ ਕਰ ਦਿਆਂ। ਇੱਕ ਪਾਸੇ ਕੀ ਹੈ ਜੀ ਟ੍ਰਿਬਿਊਟਰੀ ਹੈ, ਇੱਕ ਪਾਸੇ ਕੀ ਹੈ ਜੀ ਡਿਸਟਰੀਬਿਊਟਰੀ ਹੈ। ਟ੍ਰਿਬਿਊਟਰੀ ਕੀ ਹੁੰਦੀ ਹੈ ਜੀ ਇਹ ਕੋਈ ਵੀ ਦਰਿਆ ਦੇ ਵਿੱਚ ਜਾ ਕੇ ਉਹਦੇ ਪਾਣੀ ਦੇ ਵਿੱਚ ਕੀ ਹੈ ਵਾਧਾ ਕਰਦੀ ਹੈ। ਮਤਲਬ ਕੋਈ ਵੀ ਛੋਟੀ ਨਦੀ ਹੈ ਜਿਹੜੀ ਵੱਡੇ ਦਰਿਆ ਦੇ ਵਿੱਚ ਜਾ ਕੇ ਮਿਲ ਜੇ ਤਾਂ ਉਹ ਪਾਣੀ ਵਧਾਊਗੀ ਤਾਂ ਉਹ ਕੀ ਕਹਾਊਗੀ ਟ੍ਰਿਬਿਊਟਰੀ। ਬਟ ਜੇ ਕੋਈ ਨਦੀ ਕਿਸੇ ਰਿਵਰ ਦਾ ਪਾਣੀ ਆਪਣੀ ਲੈ ਦੇ ਵਿੱਚ ਲੈ ਜਾਵੇ, ਠੀਕ ਹੈ, ਮਤਲਬ ਪਾਣੀ ਕੱਢ ਕੇ ਲੈ ਜਾਵੇ ਤਾਂ ਉਹ ਹੁੰਦੀ ਹੈ ਜੀ ਡਿਸਟਰੀਬਿਊਟਰੀ, ਠੀਕ ਹੈ ਜੀ। ਤਾਂ ਇੱਥੇ ਪੁੱਛਿਆ ਜੀ ਇਹਨੇ ਡਿਸਟਰੀਬਿਊਟਰੀ। ਡਿਸਟਰੀਬਿਊਟਰੀ ਹੁਗਲੀ ਕਿਹਦੀ ਡਿਸਟਰੀਬਿਊਟਰੀ ਹੈ ਜੀ ਆਪਸ਼ਨ ਹੈਗਾ ਜੀ ਸੀ ਆਨਸਰ ਇਹਦਾ ਸਹੀ ਹੈ। ਗੰਗਾ। ਗੰਗਾ ਭਾਰਤ ਦੇ ਵਿੱਚ ਵਹਿਣ ਵਾਲੀ ਸਾਰਿਆਂ ਨਾਲੋਂ ਲੰਬੀ ਨਦੀ ਹੈ। ਇਹਨੂੰ ਪਦਮਾ ਕਹਿੰਦੇ ਨੇ ਬੰਗਲਾਦੇਸ਼ ਦੇ ਵਿੱਚ, ਠੀਕ ਹੈ ਜੀ। ਪਦਮਾ ਪੇਪਰ 'ਚ ਪੁੱਛ ਲੈਂਦੇ ਕਿਹੜੀ ਨਦੀ ਨੂੰ ਕਿਹਾ ਜਾਂਦਾ ਗੰਗਾ। 25-25 ਵਹਿੰਦੀ ਹੈ ਜੀ ਇਹ 25-25 ਕਿਲੋਮੀਟਰ, ਠੀਕ ਹੈ ਯਾਦ ਰੱਖਿਓ। ਭਾਗੀਰਥੀ ਤੇ ਅਲਕਨੰਦਾ ਕਿੱਥੇ ਮਿਲਦੇ ਨੇ ਆਪਸ ਦੇ ਵਿੱਚ ਦੇਵ ਪ੍ਰਯਾਗ। ਇੱਕ ਪੋਜੀਸ਼ਨ ਹੈ ਜੀ ਇਕੱਠੇ ਹੁੰਦੇ ਨੇ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਤੇ ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ ਹੁਗਲੀ ਨਦੀ ਦੇ ਕਿਨਾਰੇ ਕਿਹੜਾ ਸ਼ਹਿਰ ਵਸਿਆ ਹੋਇਆ ਜੀ ਕੋਲਕਾਤਾ। ਪੇਪਰ 'ਚ ਪੁੱਛ ਲੈਣ ਹੁਗਲੀ ਨਦੀ ਦੇ ਕਿਨਾਰੇ ਕਿਹੜਾ ਸ਼ਹਿਰ ਵਸਿਆ ਹੋਇਆ ਕੋਲਕਾਤਾ। ਬ੍ਰਹਮਪੁੱਤਰਾ ਕਿਹਨੂੰ ਕਿਹਾ ਜਾਂਦਾ ਜੀ ਟਸਾਂਗਪੋ ਨੂੰ, ਕਿਉਂਕਿ ਪੇਪਰ 'ਚ ਪੁੱਛ ਲੈਣ ਬ੍ਰਹਮਪੁੱਤਰਾ ਨੂੰ ਤਿੱਬਤ ਦੇ ਵਿੱਚ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ ਤਸਾਂਗਪੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੰਦਸ ਨੂੰ ਹੋਰ ਕਿਹੜੇ ਨਾਂ ਨਾਲ ਜਾਣਦੇ ਹਾਂ ਜੀ ਅਸੀਂ ਸਿੰਧੂ, ਠੀਕ ਹੈ ਜੀ, ਸਿੰਧੂ ਦੇ ਨਾਂ ਨਾਲ ਜਾਣਦੇ ਹਾਂ। ਇੰਦਸ ਦੀਆਂ ਜਿਹੜੀਆਂ ਟ੍ਰਿਬਿਊਟਰੀਜ਼ ਨੇ ਉਹ ਕਿਹੜੀਆਂ ਕਿਹੜੀਆਂ ਨੇ ਜੀ ਸਤਲੁਜ, ਰਾਵੀ, ਬਿਆਸ, ਚਨਾਬ ਤੇ ਜੇਹਲਮ, ਠੀਕ ਹੈ ਜੀ। ਤੇ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ। ਗੋਦਾਵਰੀ ਇਹਦੇ ਬਾਰੇ ਥੋੜ੍ਹੀ ਇਨਫੋਰਮੇਸ਼ਨ ਦੇ ਦੇਣਾ ਹੈ। ਨਾਸਿਕ ਪੇਪਰ 'ਚ ਪੁੱਛ ਲੈਣ ਕਿਹੜੀ ਨਦੀ ਦੇ ਕਿਨਾਰੇ ਵਸਿਆ ਹੋਇਆ ਗੋਦਾਵਰੀ ਦੇ ਕਿਨਾਰੇ ਵਸਿਆ ਹੋਇਆ। ਦਕਸ਼ਿਣ ਗੰਗਾ ਕਿਹਨੂੰ ਕਿਹਾ ਜਾਂਦਾ ਜੀ ਗੋਦਾਵਰੀ ਨੂੰ ਕਿਹਾ ਜਾਂਦਾ ਹੈ, ਸੁਪਰ ਇੰਪੋਰਟੈਂਟ। ਜਿਮ ਕਾਰਬੇਟ ਨੈਸ਼ਨਲ ਪਾਰਕ ਇਜ਼ ਲੋਕੇਟਡ ਇਨ। ਜਿਮ ਕਾਰਬੇਟ ਜਿਹੜਾ ਨੈਸ਼ਨਲ ਪਾਰਕ ਹੈ ਇਹ ਕਿੱਥੇ ਲੋਕੇਟ ਕਰਦਾ ਕਿੱਥੇ ਸਥਿਤ ਹੈ ਜੀ ਤਾਂ ਇਹ ਹੈਗਾ ਜੀ ਆਪਸ਼ਨ ਡੀ ਉੱਤਰਾਖੰਡ ਦੇ ਵਿੱਚ। ਸੁਪਰ ਇੰਪੋਰਟੈਂਟ ਕੁਐਸਚਨ ਹੈ। ਪਿੱਛੇ ਜੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਇਹ ਕੁਐਸਚਨ ਹੈ ਜਿਹੜਾ ਪੁੱਛਿਆ ਹੋਇਆ ਸੀ, ਠੀਕ ਹੈ ਯਾਦ ਰੱਖਿਓ। ਕਰਨਾਟਕਾ ਦੀ ਜੇ ਮੈਂ ਗੱਲ ਕਰਾਂ ਨਾਗਰਹੋਲ ਨੈਸ਼ਨਲ ਪਾਰਕ ਕਿੱਥੇ ਹੈ ਜੀ ਪੇਪਰ 'ਚ ਪੁੱਛ ਲੈਂਦੇ ਕਰਨਾਟਕਾ ਦੇ ਵਿੱਚ ਹੈ। ਇੱਕ ਦੰਦੇਲੀ ਪੁੱਛ ਲੈਣ ਇਹ ਵੀ ਕਰਨਾਟਕਾ ਦੇ ਵਿੱਚ ਹੈ, ਠੀਕ ਹੈ ਇਹ ਯਾਦ ਰੱਖ ਲਿਓ। ਉੱਤਰ ਪ੍ਰਦੇਸ਼ ਦਾ ਬਹੁਤ ਇੰਪੋਰਟੈਂਟ ਹੈ ਜੀ ਦੁਧਵਾ ਨੈਸ਼ਨਲ ਪਾਰਕ ਕਿੱਥੇ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਗੁਜਰਾਤ ਦੇ ਵਿੱਚ ਫੇਮਸ ਕਿਹੜਾ ਜੀ ਗਿਰ ਨੈਸ਼ਨਲ ਪਾਰਕ, ਠੀਕ ਹੈ। ਉੱਤਰਾਖੰਡ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਇਹਦਾ ਜਿਹੜਾ ਆਨਸਰ ਹੈ ਉਹ ਉੱਤਰਾਖੰਡ ਆਊਗਾ। ਇੱਕ ਅਸਾਮ ਦੇ ਪਾਰਕ ਤੁਸੀਂ ਪੱਕਾ ਯਾਦ ਰੱਖਣੇ ਨੇ ਕਿਹੜੇ ਕਿਹੜੇ ਜੀ ਇੱਕ ਹੈਗਾ ਜੀ ਮਾਨਸ, ਇੱਕ ਹੈਗਾ ਜੀ ਨਮੇਰੀ, ਠੀਕ ਹੈ ਜੀ ਮਾਨਸ ਨਮੇਰੀ ਤੇ ਇਹ ਯਾਦ ਰੱਖ ਲਿਓ ਤੁਸੀਂ ਬਹੁਤ ਨੇ ਮਾਨਸ ਤੇ ਨਮੇਰੀ। ਅਸਾਮ ਦੀ ਜਿਹੜੀ ਚਲੋ ਅੱਗੇ ਚੱਲਦੇ ਹਾਂ ਕੋਈ ਨਹੀਂ ਇਹਦੇ ਬਾਰੇ ਫਿਰ ਡਿਸਕਸ ਕਰਾਂਗੇ। ਇਨ ਪਬਲਿਕ ਅਕਾਊਂਟ ਕਮੇਟੀ ਹਾਊ ਮੈਨੀ ਮੈਂਬਰਸ ਆਰ ਫਰੋਮ ਰਾਜ ਸਭਾ। ਪਬਲਿਕ ਅਕਾਊਂਟ ਕਮੇਟੀ ਦੇ ਵਿੱਚ ਕਿੰਨੇ ਮੈਂਬਰਸ ਹੈ ਜਿਹੜੇ ਉਹ ਰਾਜ ਸਭਾ ਤੋਂ ਹੁੰਦੇ ਨੇ। ਤੇ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਜੀ 7 ਮੈਂਬਰਸ, ਠੀਕ ਹੈ 7 ਮੈਂਬਰਸ। ਪਬਲਿਕ ਅਕਾਊਂਟ ਕਮੇਟੀ ਦੇ ਬਾਰੇ ਮੈਂ ਤੁਹਾਨੂੰ ਦੱਸਾਂ ਤਾਂ ਕੀ ਹੈ ਜੀ ਟੋਟਲ ਮੈਂਬਰ ਪੇਪਰ 'ਚ ਪੁੱਛਣ ਤਾਂ ਟੋਟਲ ਮੈਂਬਰ ਕਿੰਨੇ ਨੇ ਜੀ 22 ਮੈਂਬਰ ਨੇ ਪਬਲਿਕ ਅਕਾਊਂਟ ਕਮੇਟੀ ਦੇ, ਜਿਨ੍ਹਾਂ ਦੇ ਵਿੱਚੋਂ 15 ਤੇ 7 ਦਾ ਕੀ ਹੈ ਜੀ ਡਿਵੀਜ਼ਨ ਕੀਤੀ ਹੋਈ ਹੈ। 15 ਨੇ ਜਿਹੜੇ ਉਹ ਕਿਹਦੇ ਨੇ ਜੀ ਲੋਕ ਸਭਾ ਦੇ ਨੇ, 7 ਕਿਹਦੇ ਨੇ ਜੀ ਰਾਜ ਸਭਾ ਦੇ। ਇੰਨੀ ਗੱਲ ਕਲੀਅਰ, ਠੀਕ ਹੈ। ਉਦੋਂ ਬਾਅਦ ਪੇਪਰ 'ਚ ਪੁੱਛ ਲੈਣ ਪਬਲਿਕ ਅਕਾਊਂਟ ਕਮੇਟੀ ਦਾ ਜਿਹੜਾ ਚੇਅਰਮੈਨ ਹੁੰਦਾ ਉਹ ਕੌਣ ਹੁੰਦਾ ਜੀ ਹਮੇਸ਼ਾ ਓਪੋਜੀਸ਼ਨ ਦਾ ਹੁੰਦਾ ਜੀ
ਓਪੋਜੀਸ਼ਨ ਦਾ ਹੁੰਦਾ ਹੈ ਹਮੇਸ਼ਾ ਚੇਅਰਮੈਨ। ਪੇਪਰ 'ਚ ਕੁਐਸਚਨ ਕਿਵੇਂ ਵੀ ਬਣਾ ਸਕਦੇ ਨੇ, ਤੁਸੀਂ ਧਿਆਨ ਨਾਲ ਇਹ ਗੱਲਾਂ ਕਰਨੀਆਂ ਨੇ। ਪਬਲਿਕ ਅਕਾਊਂਟ ਕਮੇਟੀ ਬਣੀ ਕਦੋਂ ਸੀ ਜੀ? 1921 ਦੇ ਵਿੱਚ, ਇੰਨੀ ਗੱਲ ਯਾਦ ਰੱਖਿਓ। ਵਿਚ ਆਫ ਦਾ ਵਿਟਾਮਿਨਸ ਆਰ ਵਾਟਰ ਸੋਲੇਬਲ, ਠੀਕ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਉਹ ਜੀ ਹੈਗਾ ਵਿਟਾਮਿਨ ਬੀ ਵੀ ਹੈਗਾ, ਸੀ ਵੀ ਹੈਗਾ, ਠੀਕ ਹੈ। ਤਾਂ ਹਾਂ, ਡੀ ਆਨਸਰ ਆ ਜੂਗਾ ਜੀ ਇਹਦਾ, ਵਿਟਾਮਿਨ ਬੀ ਐਂਡ ਸੀ ਬੋਥ, ਠੀਕ ਹੈ। ਬੀ ਤੇ ਸੀ ਦੋਨੇ ਕੀ ਨੇ ਜੀ? ਵਾਟਰ ਸੋਲੇਬਲ ਨੇ। ਦੇਖੋ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਜੀ ਵਾਟਰ ਸੋਲੇਬਲ, ਇੱਕ ਹੁੰਦੇ ਨੇ ਜੀ ਫੈਟ ਸੋਲੇਬਲ। ਸਾਇੰਸ ਦਾ ਕੁਐਸਚਨ ਹੈ, ਹਰ ਇੱਕ ਵਾਸਤੇ ਇੰਪੋਰਟੈਂਟ ਹੈ। ਵਾਟਰ ਸੋਲੇਬਲ ਮੈਂ ਤੁਹਾਨੂੰ ਦੱਸ ਹੀ ਦਿੱਤੇ ਕਿਹੜੇ ਕਿਹੜੇ, ਬੀ ਤੇ ਸੀ। ਬਾਕੀ ਜਿਹੜੇ ਰਹਿ ਗਏ ਏ ਡੀ ਈ ਤੇ ਕੇ ਜਿਹੜੇ ਨੇ ਉਹ ਕੀ ਨੇ ਜੀ? ਫੈਟ ਸੋਲੇਬਲ ਨੇ। ਵਿਟਾਮਿਨ ਜਿਹੜੀ ਟਰਮ ਦਿੱਤੀ ਹੈ ਉਹ ਕਿਹਨੇ ਦਿੱਤੀ ਹੈ ਜੀ? ਇਹ ਵੀ ਗੱਲ ਤੁਸੀਂ ਧਿਆਨ ਰੱਖਣੀ ਹੈ, ਐਫ ਜੀ ਹੌਪਕਿੰਸ, ਇਹ ਗੱਲ ਤੁਸੀਂ ਧਿਆਨ ਰੱਖਣੀ ਹੈ। ਹੂ ਵਾਸ ਦਾ ਫਸਟ ਕੈਗ ਆਫ ਇੰਡੀਆ? ਭਾਰਤ ਦਾ ਪਹਿਲਾ ਕੰਪਟਰੋਲਰ ਆਡੀਟਰ ਜਨਰਲ ਕੌਣ ਸੀ? ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈਗਾ ਜੀ ਏ ਆਪਸ਼ਨ, ਨਰਹਾਰੀ ਰਾਓ, ਸ਼੍ਰੀ ਵੀ ਨਰਹਾਰੀ ਰਾਓ, ਠੀਕ ਹੈ ਜੀ। ਕੈਗ ਦਾ ਜਿਹੜਾ ਆਰਟੀਕਲ ਹੈ ਪੇਪਰ 'ਚ ਪੁੱਛ ਲੈਣ ਤਾਂ ਕਿਹੜਾ ਆਰਟੀਕਲ ਹੈ ਜੀ? 148 ਤੋਂ 151। ਆਰਟੀਕਲ 148 ਤੋਂ 151 ਕਿਹਦੀ ਗੱਲ ਕਰਦਾ ਹੈ? ਕੈਗ ਦੀ ਗੱਲ ਕਰਦਾ ਹੈ। ਐਟ ਪ੍ਰੈਜ਼ੈਂਟ ਜਿਹੜੇ ਇੰਡੀਆ ਦੇ ਕੈਗ ਨੇ ਉਹ ਨਵੇਂ ਬਣੇ ਨੇ ਜੀ, ਗਿਰੀਸ਼ ਚੰਦਰ ਮੁਰਮੂ, ਠੀਕ ਹੈ। ਮੈਨੂੰ ਧਿਆਨ ਮਤਲਬ ਮੁਰਮੂ ਮੈਨੂੰ ਯਾਦ ਹੈ, ਗਿਰੀਸ਼ ਚੰਦਰ ਮੁਰਮੂ ਹੀ ਹੈ, ਠੀਕ ਹੈ ਜੀ। ਮਾੜਾ ਜਿਹਾ ਤੁਸੀਂ ਚੈੱਕ ਕਰ ਲਿਓ, ਗਿਰੀਸ਼ ਚੰਦਰ ਮੁਰਮੂ, 99.9% ਮੈਨੂੰ ਸ਼ੋਰਟੀ ਆ। ਅਤੇ ਕੈਗ ਦੇ ਬਾਰੇ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਦੱਸ ਦਿੰਦਾ। ਇਹਦਾ ਜਿਹੜਾ ਟਨਿਓਰ ਹੁੰਦਾ ਜੀ 6 ਈਅਰ ਹੁੰਦਾ ਜੀ, ਜਾਂ ਤਾਂ ਔਰ ਨਾਲ ਦੇਊਗਾ ਜੀ ਉਹ 65 ਈਅਰ। ਇਹ ਗੱਲ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਬਹੁਤ ਸਾਰੇ ਬੱਚੇ ਕੀ ਕਰਦੇ ਨੇ, ਜਾਂ ਤਾਂ 6 ਸਾਲ ਲੈ ਆ ਜਾਂਦੇ ਨੇ, ਉਹਨੇ ਡਿਫਰੈਂਟ ਕਰਕੇ ਆਪਸ਼ਨਾਂ ਪਾਈਆਂ ਹੁੰਦੀਆਂ ਨੇ, ਇੱਕ ਆਪਸ਼ਨ 'ਚ 6 ਸਾਲ ਦੇ ਦੂਗਾ, ਇੱਕ 'ਚ 65 ਦੇ ਦੂਗਾ। ਨਹੀਂ, ਦੋਨੇ ਜਦੋਂ ਇਕੱਠੀਆਂ ਲਿਖੀਆਂ ਹੋਣਗੀਆਂ ਤਾਂ ਸਹੀ ਹੋਊਗਾ, ਠੀਕ ਹੈ। 6 ਸਾਲ ਮਤਲਬ ਜੇ ਕੈਗ ਹੈ ਤੁਹਾਡਾ 1900 ਮੰਨ ਲਓ 62 ਸਾਲ ਦਾ ਹੋ ਗਿਆ, ਠੀਕ ਹੈ, ਤਾਂ ਉਹ ਕੀ ਕਰੂਗਾ ਜੀ 3 ਸਾਲ ਤੱਕ ਹੀ ਰਹੂਗਾ, ਮਤਲਬ 65 ਸਾਲ ਤੱਕ ਹੀ ਆਪਦਾ ਜਿਹੜਾ ਟਨਿਓਰ ਆ ਉਹ ਪੂਰਾ ਕਰੂਗਾ। ਬਟ ਜੇ 59 ਸਾਲ ਦੀ ਉਮਰ ਦੇ ਵਿੱਚ ਲੱਗ ਗਿਆ ਤਾਂ ਕੀ ਹੋਊਗਾ ਜੀ 6 ਸਾਲ ਵੀ ਪੂਰੇ ਹੋ ਜਾਣਗੇ ਅਤੇ 65 ਸਾਲ ਦੀ ਉਮਰ ਵੀ ਹੋ ਜੂਗੀ, ਠੀਕ ਹੈ। ਡਿਪੈਂਡ ਕਰਦਾ ਆਪਸ਼ਨ 'ਤੇ, ਠੀਕ ਹੈ। ਤਾਂ ਇਹ ਜਿਹੜਾ ਵੈਲਿਡ ਆਨਸਰ ਮੰਨਿਆ ਜਾਊਗਾ, ਠੀਕ ਹੈ ਜੀ। ਰਾਜੀਵ ਮਹਾਰਿਸ਼ੀ, ਇਦੋਂ ਪਹਿਲਾਂ ਜਿਹੜੇ ਆਪਣੇ ਕੈਗ ਸੀਗੇ ਉਹ ਸੀਗੇ ਰਾਜੀਵ ਮਹਾਰਿਸ਼ੀ। ਤਾਂ ਇਹਦਾ ਜਿਹੜਾ ਹੂ ਵਾਜ਼ ਦਾ ਫਸਟ ਕੈਗ ਆਫ ਇੰਡੀਆ, ਠੀਕ ਹੈ ਜੀ, ਠੀਕ ਹੈ। ਐਟ ਪ੍ਰੈਜ਼ੈਂਟ ਕੌਣ ਨੇ ਜੀ? ਗਿਰੀਸ਼ ਚੰਦਰ ਮੁਰਮੂ, ਠੀਕ ਹੈ, ਐਟ ਪ੍ਰੈਜ਼ੈਂਟ। ਜੇ ਪਹਿਲਾਂ ਪੁੱਛੇ ਤਾਂ ਕੌਣ ਸੀਗੇ ਜੀ? ਵੀ ਨਰਹਾਰੀ ਰਾਓ। ਹੂ ਇਜ਼ ਨਾਟ ਦਾ ਮੈਂਬਰ ਆਫ ਕੈਬਨਿਟ ਬਟ ਰਾਈਟ ਟੂ ਸਪੀਕ ਇਨ ਹਾਊਸ ਆਫ ਪਾਰਲੀਮੈਂਟ? ਸੁਪਰ ਇੰਪੋਰਟੈਂਟ ਕੁਐਸਚਨ। ਕਿਹੜਾ ਇਹੋ ਜਿਹਾ ਮੈਂਬਰ ਹੈ ਜਿਹੜਾ ਉਹ ਆਦਮੀ ਹੈ ਜਿਹੜਾ, ਠੀਕ ਹੈ, ਇਹੋ ਜਿਹੀ ਬਾਡੀ ਹੈ ਜਿਹੜੀ ਕੀ ਆ, ਉਹ ਕੈਬਨਿਟ ਦੇ ਕੀ ਹੈ ਜੀ ਮੈਂਬਰ ਤਾਂ ਨਹੀਂ ਹੈਗੇ, ਬਟ ਉਹਨਾਂ ਕੋਲ ਅਧਿਕਾਰ ਹੈ ਪਾਰਲੀਮੈਂਟ ਦੇ ਕਿਸੇ ਵੀ ਸਦਨ ਦੇ ਵਿੱਚ ਬੋਲਣ ਦਾ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ ਬੀ ਆਪਸ਼ਨ, ਅਟਾਰਨੀ ਜਨਰਲ। ਅਟਾਰਨੀ ਜਨਰਲ ਕੋਲ ਕੀ ਹੈ ਜੀ ਅਧਿਕਾਰ ਹੈਗਾ, ਠੀਕ ਹੈ। ਉਹਦੇ ਕੋਲ ਪੇਪਰ 'ਚ ਇਹ ਵੀ ਪੁੱਛ ਲੈਂਦੇ ਕਿ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ, ਨਹੀਂ, ਹੀ ਹੈਜ਼ ਨੋ ਰਾਈਟ ਟੂ ਵੋਟ, ਠੀਕ ਹੈ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਅਟਾਰਨੀ ਜਨਰਲ ਬਾਰੇ ਦੱਸ ਦਿੰਦਾ ਕੀ ਹੈ ਜੀ। ਹਾਈਐਸਟ ਪੇਪਰ 'ਚ ਪੁੱਛਣ, ਹਾਈਐਸਟ ਲਾ ਆਫਿਸਰ ਆਫ ਇੰਡੀਆ ਕੌਣ ਨੇ ਜੀ? ਉਹ ਹੁੰਦੇ ਆ ਜੀ ਸਾਡੇ ਅਟਾਰਨੀ ਜਨਰਲ, ਠੀਕ ਹੈ। ਅਟਾਰਨੀ ਜਨਰਲ ਦਾ ਜਿਹੜਾ ਟਨਿਓਰ ਹੁੰਦਾ, ਕਾਰਜਕਾਲ ਹੁੰਦਾ ਜੀ, ਉਹ ਹੁੰਦਾ ਜੀ ਡਿਊ ਟੂ ਪਲੇਜ਼ਰ ਆਫ ਪ੍ਰੈਜ਼ੀਡੈਂਟ। ਇੰਨੀ ਗੱਲ ਕਲੀਅਰ ਹੈ ਜੀ, ਠੀਕ ਹੈ। ਪਹਿਲੇ ਜਿਹੜੇ ਸਾਡੇ ਅਟਾਰਨੀ ਜਨਰਲ ਸੀ ਉਹ ਕੌਣ ਸੀਗੇ ਜੀ? MC ਸਟੈਲਵਾਦ, ਠੀਕ ਹੈ, ਇੰਨੀ ਗੱਲ ਕਲੀਅਰ ਰੱਖਿਓ। ਐਡਵੋਕੇਟ ਜਨਰਲ ਤੇ ਅਟਾਰਨੀ ਜਨਰਲ ਦੇ ਵਿੱਚ ਕੀ ਫਰਕ ਹੁੰਦਾ ਜੀ? ਅਟਾਰਨੀ ਜਨਰਲ ਹੁੰਦਾ ਜਿਹੜਾ ਇਹ ਸੈਂਟਰ ਲੈਵਲ ਤੇ ਕੰਮ ਕਰਦਾ ਹੈ, ਐਡਵੋਕੇਟ ਜਨਰਲ ਹੁੰਦਾ ਜਿਹੜਾ ਜੀ ਇਹ ਸਟੇਟ ਦਾ ਹੁੰਦਾ ਹੈ, ਠੀਕ ਹੈ। ਇੰਨੀ ਗੱਲ ਯਾਦ ਰੱਖਿਓ। ਅਟਾਰਨੀ ਜਨਰਲ ਦਾ ਜੇ ਆਰਟੀਕਲ ਪੁੱਛ ਲੈਣ ਤਾਂ ਆਰਟੀਕਲ ਕਿਹੜਾ ਹੈ ਜੀ? ਆਰਟੀਕਲ 76 ਆਰਟੀਕਲ ਹੈ, ਠੀਕ ਹੈ। ਕੈਗ ਬਾਰੇ ਮੈਂ ਦੱਸ ਚੁੱਕਿਆ। ਚੀਫ ਜਸਟਿਸ ਆਫ ਇੰਡੀਆ ਪਹਿਲਾਂ ਕੌਣ ਸੀ ਜੀ? HJ ਕਨੀਆ। ਐਟ ਪ੍ਰੈਜ਼ੈਂਟ ਕੌਣ ਹੈ ਜੀ? ਅਰਵਿੰਦ ਬੋਬੜੇ। ਮੈਕਸੀਮਮ ਏਜ ਚੀਫ ਜਸਟਿਸ ਆਫ ਇੰਡੀਆ ਦੀ ਕਿੰਨੀ ਹੁੰਦੀ ਹੈ ਜੀ? 65 ਈਅਰਸ ਹੁੰਦੀ ਹੈ। ਬਟ ਜੇ ਹਾਈ ਕੋਰਟ ਦੇ ਜੱਜ ਦੀ ਗੱਲ ਕਰੂਗਾ ਤਾਂ 62, ਠੀਕ ਹੈ ਜੀ। ਇੰਨੀ ਗੱਲ ਧਿਆਨ 'ਚ ਰੱਖਿਓ। 20th ਕੁਐਸਚਨ, ਆਰਟੀਕਲ ਆਫ ਫਾਈਨਾਂਸ ਕਮਿਸ਼ਨ ਆਫ ਇੰਡੀਆ। ਫਾਈਨਾਂਸ ਕਮਿਸ਼ਨ ਦਾ ਜਿਹੜਾ ਆਰਟੀਕਲ ਆ ਉਹ ਕਿਹੜਾ ਆਰਟੀਕਲ ਹੈ ਜੀ?
ਆਰਟੀਕਲ 280 ਦੇ ਵਿੱਚ ਫਾਈਨਾਂਸ ਕਮਿਸ਼ਨ ਲਿਖਿਆ ਹੋਇਆ ਹੈ। ਇਹਦੇ ਟੋਟਲ 5 ਮੈਂਬਰ ਹੁੰਦੇ ਨੇ, 1+4 ਦਾ ਜਿਹੜਾ ਕੰਬੀਨੇਸ਼ਨ ਹੁੰਦਾ ਹੈ। ਇੱਕ ਚੇਅਰਮੈਨ ਹੁੰਦਾ ਜੀ, ਬਾਕੀ ਸਾਰੇ ਮੈਂਬਰਸ ਹੁੰਦੇ ਨੇ, ਠੀਕ ਹੈ। ਐਟ ਪ੍ਰੈਜ਼ੈਂਟ ਕੌਣ ਹੈ ਜੀ? NK ਸਿੰਘ ਹੈ ਜੀ। ਇੰਨੀ ਗੱਲ ਕਲੀਅਰ ਹੈ ਜੀ। 266 ਨੰਬਰ ਆਰਟੀਕਲ ਕਿਹਦੀ ਗੱਲ ਕਰਦਾ ਜੀ? ਕੰਸੋਲੀਡੇਟਡ ਫੰਡ ਆਫ ਇੰਡੀਆ। ਕੰਸੋਲੀਡੇਟ ਫੰਡ ਆਫ ਇੰਡੀਆ ਦੀ ਗੱਲ ਕਰਦਾ ਹੈ। 267 ਨੰਬਰ ਆਰਟੀਕਲ ਕਿਹਦੀ ਗੱਲ ਕਰਦਾ ਜੀ? ਕੰਟੀਜੈਂਸੀ ਫੰਡ ਆਫ ਇੰਡੀਆ ਦੀ, ਠੀਕ ਹੈ। ਇੰਨੀ ਗੱਲ ਧਿਆਨ 'ਚ ਰੱਖਿਓ। ਕੰਸੋਲੀਡੇਟ ਫੰਡ ਆਫ ਇੰਡੀਆ ਜਿਹੜਾ ਹੁੰਦਾ ਉਹਦਾ ਜਿਹੜਾ ਅਥੋਰਿਟੀ ਹੁੰਦੀ ਹੈ ਉਹ ਕਿਹਦੇ ਕੋਲ ਹੁੰਦੀ ਹੈ ਜੀ? ਪੇਪਰ 'ਚ ਪੁੱਛਦੇ ਨੇ, ਪਾਰਲੀਮੈਂਟ, ਠੀਕ ਹੈ। ਅਤੇ ਜੇ ਕੰਟੀਜੈਂਸੀ ਫੰਡ ਆਫ ਇੰਡੀਆ ਦੀ ਅਥੋਰਿਟੀ ਹੁੰਦੀ ਹੈ ਜੀ, ਉਹ ਹੁੰਦੀ ਹੈ ਜੀ ਪ੍ਰੈਜ਼ੀਡੈਂਟ ਕੋਲੇ, ਠੀਕ ਹੈ ਜੀ। ਆਰਟੀਕਲ 368 ਇਹਨੇ ਆਪਸ਼ਨ ਦੇ ਵਿੱਚ ਦਿੱਤਾ ਹੋਇਆ। ਆਰਟੀਕਲ 368 ਕਿਹਦੀ ਗੱਲ ਕਰਦਾ ਜੀ? ਅਮੈਂਡਮੈਂਟ ਦੀ। ਅਮੈਂਡਮੈਂਟ ਕਿਹੜੇ ਪਾਰਟ ਦੇ ਵਿੱਚ ਹੈ ਜੀ? ਪਾਰਟ 20 ਦੇ ਵਿੱਚ ਹੈ ਜੀ। ਇੱਕੋ ਹੀ ਆਰਟੀਕਲ ਹੈ ਜੀ ਇਹਦੇ ਵਿੱਚ, ਆਰਟੀਕਲ 368। ਅਮੈਂਡਮੈਂਟ ਜਿਹੜਾ ਆਪਾਂ ਲਿਆ, ਅਮੈਂਡਮੈਂਟ ਕਰਨ ਦਾ ਪ੍ਰੋਸੀਜਰ ਲਿਆ ਜੀ, ਉਹ ਲਿਆ ਜੀ ਆਪਾਂ ਸਾਊਥ ਅਫਰੀਕਾ ਤੋਂ। ਇੰਨੀ ਗੱਲ ਵੀ ਯਾਦ ਰੱਖਿਓ। ਤਾਂ ਜੇਕਰ ਤੁਹਾਨੂੰ ਸੈਸ਼ਨ ਹੈ ਜਿਹੜਾ ਅੱਛਾ ਲੱਗਿਆ, ਵਧੀਆ ਲੱਗਿਆ, ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰਨਾ ਨਾ ਭੁੱਲਿਓ, ਸਪੋਰਟ ਕਰੋ। ਅਤੇ ਜੇ ਕੋਈ ਵੀ ਕਮੀ ਪੇਸ਼ੀ ਕਿਸੇ ਵੀ ਤਰ੍ਹਾਂ ਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਰਾਏ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।